ਆਰਟੀਕਲ 356 ਦਾ ਮਤਲਬ ਕੀ ਹੈ ਤੇ ਇਹਦੀ ਧਮਕੀ ਦੇਣ ਦਾ ਮਤਲਬ ਕੀ ਹੈ? देखो आर्टिकल 356 और ਜਿਹਨੂੰ ਤੁਸੀਂ ਕਹਿੰਦੇ ਹੋ ਧਮਕੀ, ਉਹ ਦੋ ਅਲੱਗ-ਅਲੱਗ ਇਸ਼ੂ ਨੇ। ਜਿਹੜੀ ਆਮ ਆਦਮੀ ਪਾਰਟੀ ਹੈ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜ਼ਿਕਰ ਕਰਦੀ ਹੈ, ਡਾਕਟਰ ਬੀ.ਆਰ. ਅੰਬੇਡਕਰ ਦਾ ਜ਼ਿਕਰ ਕਰਦੀ ਹੈ। ਉਹਨਾਂ ਦੋਨਾਂ ਦੀ ਸੋਚ ਤੇ ਪਹਿਰਾ ਦਿੱਤਾ ਜਾ ਰਿਹਾ। ਸ਼ਹੀਦ ਭਗਤ ਸਿੰਘ ਨੇ ਕਿਹਾ ਸੀਗਾ ਕਿ ਜਿਹੜੀ ਆਜ਼ਾਦੀ ਮਿਲੀ ਆ, ਇਹ ਲੋਕਤੰਤਰ ਜਿਹੜਾ ਅਸੀਂ ਕਹਿ ਰਹੇ ਹਾਂ, ਇਹ ਰਾਜਨੀਤਿਕ ਆਜ਼ਾਦੀ ਹੈ, ਪੋਲੀਟੀਕਲ ਆਜ਼ਾਦੀ ਹੈ। ਇਹਦੇ 'ਚ ਅਸੀਂ ਅਜੇ ਸਮਾਜਿਕ ਤੇ ਆਰਥਿਕ ਆਜ਼ਾਦੀ ਲਿਆਉਣੀ ਹੈ। ਗਵਰਨਰ ਦੀ ਕੁਆਲੀਫਿਕੇਸ਼ਨ ਜਦੋਂ ਅਸੀਂ ਪੁੱਛਦੇ ਹਾਂ, ਲੋਕਾਂ ਵਿੱਚ ਤੱਕ ਚਰਚਾ ਛਿੜ ਜਾਂਦੀ ਹੈ ਕਿ ਕੁਆਲੀਫਿਕੇਸ਼ਨ ਇਹਦਾ ਮਤਲਬ ਸ਼ਾਇਦ ਨਾ ਪੂਰੀ ਕਰਦੇ ਹੋਣ, ਇਸ ਲਈ ਸਵਾਲ ਕੀਤਾ ਜਾ ਰਿਹਾ। ਤੁਹਾਨੂੰ ਕੀ ਲੱਗਦਾ ਇਹ ਵੀ ਪੋਲੀਟੀਕਲ ਸਕੋਰ ਲਈ ਸਵਾਲ ਹੈ? ਇਹ ਤਾਂ ਲੋਕਤੰਤਰ ਦਾ ਕਾਇਦਾ ਹੈ। ਸਾਨੂੰ ਨੂੰ ਇਸ ਲੋਕਤੰਤਰ ਦੇ ਕਾਇਦੇ ਨੂੰ ਰਟਣਾ ਚਾਹੀਦਾ ਹੈ ਤਾਂ ਕਿ ਅਸੀਂ ਸੋਚ ਸਕੀਏ ਕਿ ਕੀ ਚੀਜ਼ਾਂ ਨੇ। ਨਹੀਂ, ਤੁਸੀਂ ਜਿਹੜਾ ਆਰਟੀਕਲ ਪੜ੍ਹ ਕੇ ਸੁਣਾ ਰਹੇ ਹੋ 157, ਉਹਦੇ ਵਿੱਚ ਤੁਸੀਂ ਕਲੀਅਰ ਕੱਟ ਲਿਖਿਆ ਕਿ ਜਿਹੜਾ 35 ਸਾਲ ਏਜ ਹੋਣੀ ਚਾਹੀਦੀ, ਮਿਨੀਮਮ 35 ਸਾਲ ਏਜ ਹੋਣੀ ਚਾਹੀਦੀ ਹੈ। ਕਿਸੇ ਪਾਰਟੀ ਨਾਲ ਸੰਬੰਧ ਨਾ ਹੋਵੇ, ਕਿਸੇ ਪਾਰਟੀ ਨਾਲ ਸੰਬੰਧ ਨਾ ਹੋਵੇ। ਇਹਨੂੰ ਮੈਂ ਸਰ ਕਿਵੇਂ ਸਮਝਾਂ ਸਰ? ਉਹ ਤਾਂ ਸਿੱਧਾ ਉਹਨਾਂ ਤੇ ਐਲੀਗੇਸ਼ਨ ਲਾ ਰਹੇ ਆ। ਜੇ ਹਾਊਸ ਦਾ ਮੈਂਬਰ ਹੈਗਾ, ਉਹਦਾ ਇੰਪਲਾਈਡ ਹੈ ਕਿ ਕਿਸੇ ਪਾਰਟੀ ਤੇ ਹੋਏਗਾ ਨਾ। ਜਿਹੜਾ ਪੰਜਾਬ ਦਾ ਗਵਰਨਰ ਹੁੰਦਾ ਉਹ ਜ਼ਰੂਰੀ ਹੈ ਕਿ ਨਾਲ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹੋਵੇ। ਇਹ ਇਸ ਕਰਕੇ ਆ ਕਿਉਂਕਿ ਇੱਕ ਤੇ ਦੋ ਸੂਬਿਆਂ ਦੀ ਰਾਜਧਾਨੀ, ਦੂਜਾ ਡਿਊਟੀ ਦਾ ਸਿਸਟਮ। ਤੁਹਾਡਾ ਪੈਸਾ ਥਰੂ ਡਿਊਟੀ ਹੋਣਾ ਚਾਹੀਦਾ ਜਾਂ ਡਾਇਰੈਕਟ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਕੰਪਲੈਕਸ ਹੈ। ਇਹ ਚਿੱਠੀ ਨੂੰ ਸਿਰਫ ਇੱਕ ਅਸੀਂ ਅਲਟੀਮੇਟਮ ਮੰਨੀਏ ਜਾਂ ਤਾਂ ਲੱਗਦਾ ਹੈ ਕਿ ਪੰਜਾਬ ਨੂੰ ਉਸ ਮੁਹਾਨੇ ਤੇ ਲਿਜਾਣ ਦੀ ਕੋਸ਼ਿਸ਼ ਹੈ ਜਿੱਥੇ ਪੰਜਾਬ ਆਰਟੀਕਲ 356 ਤੇ ਵਿਚਾਲੇ ਆਪਦੇ ਆਪ ਨੂੰ ਪ੍ਰਤਾੜਿਤ ਮਹਿਸੂਸ ਕਰਦਾ। ਕੀ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਭਗਵੰਤ ਮਾਨ ਦੀ ਜਿਹੜੀ ਭੂਮਿਕਾ ਹੋਰ ਵੀ ਇੰਪੋਰਟੈਂਟ ਬਣ ਰਹੀ ਹੈ? ਤੁਸੀਂ ਦੇਖਿਆ ਜਾਊਗਾ ਕਿ ਉਸ ਜੱਜਮੈਂਟ ਤੋਂ ਬਾਅਦ 1994 ਤੋਂ ਬਾਅਦ ਬਹੁਤ ਘੱਟ 356 ਨੂੰ ਇੰਪਲੀਮੈਂਟ ਕੀਤਾ ਗਿਆ ਹੈ। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ। ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਸਿਆਸਤ ਤੇ ਬਹੁਤ ਗੱਲ ਹੋ ਰਹੀ ਹੈ, ਸੰਵਿਧਾਨ ਦੀ ਬਹੁਤ ਗੱਲ ਹੋ ਰਹੀ ਹੈ, ਪਰ ਸੰਵਿਧਾਨ ਦੇ ਅਸਲ ਮੁੱਦਿਆਂ ਤੇ ਗੱਲਬਾਤ ਤੁਹਾਡੇ ਤੋਂ ਲੁਕੋਈ ਜਾ ਰਹੀ ਹੈ। ਉਹ ਕਿਉਂ ਲੁਕੋਈ ਜਾ ਰਹੀ ਹੈ ਸਾਨੂੰ ਨਹੀਂ ਪਤਾ, ਪਰ ਸੰਵਿਧਾਨ ਨੂੰ ਸਮਝਣ ਦੀ ਜ਼ਰੂਰਤ ਹੈ। ਕੀ ਹੈ ਸੰਵਿਧਾਨ ਦੇ ਕਿਹੜੇ ਆਰਟੀਕਲ ਕਿਹਨੂੰ ਕਿਹੜੀਆਂ ਪਾਵਰਾਂ ਦਿੰਦੇ ਆ, ਤੇ ਜਿਹੜਾ ਇਹ ਸਿਆਸੀ ਖਿੱਚੋਤਾਣ ਚੱਲਦੀ ਪਈ ਹੈ ਗਵਰਨਰ ਤੇ ਮੁੱਖ ਮੰਤਰੀਆਂ ਵਿਚਾਲੇ, ਕੇਂਦਰ ਤੇ ਮੁੱਖ ਮੰਤਰੀ ਦੇ ਵਿਚਾਲੇ, ਇਹਦਾ ਮਤਲਬ ਹੈ ਕੀ ਹੈ? ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਇਹਦਾ ਮਤਲਬ ਕੀ ਹੈਗਾ? ਇਸ ਨੂੰ ਸਮਝਣ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ। ਸਾਡਾ ਬਹੁਤ ਹੀ ਖਾਸ ਮਹਿਮਾਨ ਮੌਜੂਦ ਹੋਣ ਕੇ ਪ੍ਰੋਫੈਸਰ ਰੌਣਕੀ ਰਾਮ ਜਿਨ੍ਹਾਂ ਦਾ ਨਾਮ ਹੈ। ਇਹਨਾਂ ਨੇ UK ਦੇ ਵਿੱਚ ਪੜ੍ਹਾਇਆ, ਨੀਦਰਲੈਂਡ 'ਚ ਪੜ੍ਹਾਇਆ, ਜਾਪਾਨ 'ਚ ਪੜ੍ਹਾਇਆ, ਤੇ ਇਸ ਤੋਂ ਇਲਾਵਾ ਇਹਨਾਂ ਦੀ ਖੁਦ ਦੀ ਪੜ੍ਹਾਈ ਜਿਹੜੀ ਹੈ ਉਹ ਸਵੀਡਨ ਦੀ ਹੈ। ਤੇ ਇਹਨਾਂ ਤੋਂ ਸਾਰੇ ਸਵਾਲ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ। 35 ਸਾਲ ਦਾ ਨਾ ਤਜਰਬਾ, 4 ਕਿਤਾਬਾਂ ਲਿਖ ਚੁੱਕੇ ਆ ਤੇ ਇੰਟਰਨੈਸ਼ਨਲ ਜਰਨਲ ਦੇ ਵਿੱਚ ਤਕਰੀਬਨ ਇਹਨਾਂ ਦੇ 3 ਦਰਜਨ ਤੋਂ ਵੱਧ ਪੇਪਰ ਛਪ ਚੁੱਕੇ ਆ। ਤੇ ਇਹਨਾਂ ਨੂੰ ਉਹ ਸਾਰੀ ਚੀਜ਼ਾਂ ਦੀ ਸਮਝ ਹੈ ਕੀ ਹੈ ਕਿ ਸੰਵਿਧਾਨ ਕੀ ਕਹਿੰਦਾ ਤੇ ਸਿਆਸਤ ਕੀ ਕਹਿੰਦੀ ਹੈ, ਤੇ ਦੋਨਾਂ ਵਿੱਚ ਨਿਖੇੜਾ ਹੋਣਾ ਕਿਵੇਂ ਚਾਹੀਦਾ। ਪ੍ਰੋਫੈਸਰ ਰੌਣਕੀ ਰਾਮ, ਤੁਹਾਡਾ ਬਹੁਤ ਸਵਾਗਤ ਹੈ ਸਰ। ਕੀ ਹਾਲ ਹੈ ਸਰ ਤੁਹਾਡਾ? ਬਹੁਤ ਵਧੀਆ। ਚਲੋ, ਵੈਲਕਮ ਸਰ। ਸਰ, ਇੰਨੀਆਂ ਯੂਨੀਵਰਸਿਟੀ ਵਿੱਚ ਤੁਸੀਂ ਪੜ੍ਹਾ ਲਿਆ, ਇੰਨੇ ਤੁਸੀਂ ਸਟੂਡੈਂਟ ਤਿਆਰ ਕਰ ਲਏ, ਪਰ ਅਸੀਂ ਅੱਜ ਵੀ ਵਿਦਿਆਰਥੀ ਦੇ ਤੌਰ 'ਤੇ ਤੁਹਾਡੇ ਤੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਰਟੀਕਲ 356 ਦਾ ਮਤਲਬ ਕੀ ਹੈ ਤੇ ਇਹਦੀ ਧਮਕੀ ਦੇਣ ਦਾ ਮਤਲਬ ਕੀ ਹੈ? ਇਹਨੂੰ ਧਮਕੀ ਮੰਨੀਏ ਕਿ ਨਾ ਮੰਨੀਏ? ਦੇਖੋ, ਆਰਟੀਕਲ 356 ਔਰ ਜਿਹਨੂੰ ਤੁਸੀਂ ਕਹਿੰਦੇ ਹੋ ਧਮਕੀ, ਉਹ ਦੋ ਅਲੱਗ-ਅਲੱਗ ਇਸ਼ੂ ਨੇ, ਉਹ ਅਲੱਗ-ਅਲੱਗ ਮੁੱਦੇ ਨੇ। ਆਰਟੀਕਲ 356 ਤੇ ਜਿਹਦੇ ਬਾਰੇ ਇਹ ਲਾਗੂ ਕਰਨਾ ਹੁੰਦਾ ਜਿਸ ਸਟੇਟ ਵਿੱਚ, ਉਹ ਸਟੇਟ 'ਚ ਲਾਗੂ ਕਰਨ ਵਾਸਤੇ ਜਿਹੜਾ ਸੈਂਟਰ ਦਾ ਚੁਣਿਆ ਹੋਇਆ, ਅਪਾਇੰਟਡ ਕੀਤੇ ਹੋਏ ਨੇ ਗਵਰਨਰ ਸਾਹਿਬ, ਉਹਨਾਂ ਦੀ ਸਲਾਹ ਨਾਲ, ਉਹਨਾਂ ਦੀ ਰਾਏ ਨਾਲ, ਉਹਨਾਂ ਦੀ ਰਿਪੋਰਟ ਉੱਤੇ ਜਦੋਂ ਉਹ ਰਾਸ਼ਟਰਪਤੀ ਨੂੰ ਭੇਜਦੇ ਨੇ, ਉਹਦੇ 'ਤੇ ਐਕਟ ਕਰਕੇ ਹੀ 356 ਲਾਗੂ ਹੁੰਦਾ ਹੈ। ਇਸ ਕਰਕੇ 356 ਦਾ ਆਰਟੀਕਲ ਲਾਗੂ ਹੋਣ ਲਈ ਗਵਰਨਰ ਦੀ ਜਿਹੜੀ ਸਲਾਹ ਹੈ, ਗਵਰਨਰ ਵੱਲੋਂ ਕੋਈ ਚਿੱਠੀ ਜਾਂਦੀ ਹੈ, ਉਹਨਾਂ ਵੱਲੋਂ ਲੈਟਰ ਜਾਂਦਾ ਹੈ, ਉਹਦੇ ਬੇਸ ਦੇ ਉੱਤੇ ਹੀ ਪ੍ਰੈਜ਼ੀਡੈਂਟ ਆਫ ਇੰਡੀਆ ਵਿਚਾਰ ਆਪਣਾ ਕਰਕੇ ਵਿਮਰਸ਼ ਕਰਕੇ ਤਾਂ ਉਹ ਲਾਗੂ ਕਰਦੇ ਨੇ। ਉਹ ਆਰਟੀਕਲ ਇਹ ਹੈ ਕਿ ਰਾਜ ਦੇ ਵਿੱਚ ਸੰਵਿਧਾਨ ਦੇ ਅਨੁਸਾਰ ਜਿਹੜਾ ਰੂਲ ਆਫ ਲਾਅ ਹੈਗਾ, ਐਡਮਿਨਿਸਟ੍ਰੇਸ਼ਨ ਜਿਸ ਤਰ੍ਹਾਂ ਚੱਲਣਾ ਚਾਹੀਦਾ ਹੈਗਾ ਸੰਵਿਧਾਨ ਦੀ ਧਾਰਾਵਾਂ ਦੇ ਅਨੁਸਾਰ, ਤਾਂ ਕਿ ਉੱਥੇ ਲੋਕਤੰਤਰ ਦੀ ਜਿਹੜੀ ਪ੍ਰਣਾਲੀ ਆ ਉਹ ਜਿਸ ਤਰੀਕੇ ਨਾਲ ਸਥਾਪਿਤ ਕੀਤੀ ਗਈ ਆ, ਉਹਨੂੰ ਹੋਰ ਪ੍ਰਫੁੱਲਤਾ ਮਿਲੇ, ਨਾ ਕਿ ਲੋਕਤੰਤਰ ਦੀ ਪ੍ਰਣਾਲੀ ਦੇ ਵਿੱਚ ਅੜਚਣ ਆਵੇ ਤਾਂ ਸਟੇਟ ਵਿੱਚ ਲੋਕਤੰਤਰ ਦੀ ਜਿਹੜੀ ਪ੍ਰਣਾਲੀ ਆ ਉਹ ਫੇਲਰ ਹੋ ਜਾਵੇ। ਇਸ ਨੂੰ ਲੈ ਕੇ 356 ਆਰਟੀਕਲ ਜਿਹੜਾ ਹੈਗਾ, ਜਿਹੜੇ ਉੱਥੇ ਦੀ ਸਰਕਾਰ ਹੈਗੀ ਆ, ਕੌਂਸਲ ਆਫ ਮਿਨਿਸਟਰ ਹੈਗੇ ਆ, ਉਹਨੂੰ ਲੀਡ ਕਰਨ ਵਾਲਾ ਜਿਹੜਾ ਉਹਦਾ
ਮੇਨ ਜਿਹਨੂੰ ਕਹਿ ਸਕਦੇ ਹਾਂ ਆਪਾਂ ਮੁੱਖ ਮੰਤਰੀ ਹੈਗਾ। ਵਿਧਾਨ ਸਭਾ ਹੈ, ਉਹਦੀ ਕੌਂਸਲ ਮਿਨਿਸਟਰ ਹੈ, ਉਸ ਕੌਂਸਲ ਮਿਨਿਸਟਰ ਨੂੰ ਸੰਚਾਲਨ ਕਰਨ ਵਾਲੇ, ਚਲਾਉਣ ਵਾਲੇ ਮੁੱਖ ਮੰਤਰੀ ਹੈਗੇ ਆ। ਜਦੋਂ ਉਹ ਇਸ ਵਿਧਾਨ ਦੀ ਧਾਰਾ ਜੋ ਲਾਗੂ ਹੋਣੀ ਆ, ਉਹ ਗਵਰਨਰ ਸਾਹਿਬ ਦਾ ਵਿਚਾਰ ਇਹ ਹੈ, ਉਹ ਸਮਝ ਰੱਖ ਕੇ ਕਹਿ ਰਹੇ ਨੇ ਕਿ ਇਹ ਜਿਹੜੇ ਕੌਂਸਲ ਮਿਨਿਸਟਰ ਹੈ ਤੇ ਮੁੱਖ ਮੰਤਰੀ ਹੈ, ਉਹ ਆਪਣੇ ਸੂਬੇ ਦੇ ਵਿੱਚ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦੀ ਜਿਹੜੀ ਕਰਤੱਵ ਹੈ ਉਹ ਨਿਭਾਉਣ ਦੇ ਕਾਬਲ ਨਹੀਂ ਰਹਿ ਜਾਂਦੇ, ਤਾਂ ਫਿਰ ਉਹ ਕਹਿੰਦੀ ਆ ਕਿ ਤੁਸੀਂ ਉਸ ਕੌਂਸਲ ਮਿਨਿਸਟਰ ਨੂੰ ਤੇ ਉਸ ਮਿਨਿਸਟਰ ਨੂੰ, ਚੀਫ ਮਿਨਿਸਟਰ ਨੂੰ ਤੁਸੀਂ ਇੱਕ ਪਾਸੇ ਕਰ ਦਿਓ, ਤਾਂ 356 ਆਰਟੀਕਲ ਲੱਗ ਜਾਂਦਾ ਹੈ। ਉਹਦੇ ਨਾਲ ਪ੍ਰੈਜ਼ੀਡੈਂਟ ਰੂਲ ਲਾਗੂ ਹੋ ਜਾਂਦਾ ਹੈ। ਜਦ ਹੀ ਮਿਆਦ 6 ਮਹੀਨੇ ਹੁੰਦੀ ਹੈ, ਫਿਰ ਐਕਸਟੈਂਡ ਹੁੰਦੀ ਰਹਿੰਦੀ ਹੈ, ਫਿਰ 6 ਮਹੀਨੇ ਹੋ ਜਾਂਦੇ, ਮੈਕਸਿਮਮ 3 ਸਾਲ ਤੱਕ ਹੈਗਾ, ਤੁਸੀਂ ਕਰ ਸਕਦੇ ਆ। ਤੇ ਪੰਜਾਬ ਤਾਂ ਪੀੜਤ ਰਿਹਾ ਇਹਨਾਂ ਚੀਜ਼ਾਂ ਦਾ, ਬਹੁਤ ਪੀੜਤ ਰਿਹਾ। ਇੱਥੇ 8 ਵਾਰ ਲੱਗਾ ਹੈ, 3510 ਦਿਨ ਟੋਟਲ ਬਣਦੇ ਆ। ਜੇ ਟੋਟਲ ਕਾਲ ਮਨਾਇਆ ਜਾਵੇ 10 ਸਾਲ ਦਾ ਹੈਗਾ। ਪੰਜਾਬ ਦੇ ਵਿੱਚ ਇਹ ਬਹੁਤ ਰਿਹਾ ਹੈ, ਕਿਉਂਕਿ ਜਦੋਂ ਇੱਥੇ ਹਾਲਾਤ ਨਹੀਂ ਚੰਗੇ ਸਕੇ, ਅਨੁਕੂਲ ਨਹੀਂ ਸਕੇ, ਤੁਸੀਂ ਦੇਖਿਆ ਹੋਣਾ ਹੈ ਕਿ ਕਿੰਨੇ ਸਮੇਂ ਤੱਕ ਪ੍ਰੈਜ਼ੀਡੈਂਸ਼ੀਅਲ ਰੂਲ। ਉਹ ਦੂਸਰੀ ਗੱਲ ਹੋਰ ਵੀ ਹੈਗੀ ਆ, ਇਹ ਪਹਿਲੀ ਵਾਰ ਜੇ ਕਿਤੇ ਲੱਗਿਆ ਕਿਸੇ ਸੂਬੇ 'ਚ, ਉਹ ਪੰਜਾਬ ਦਾ ਸੂਬਾ ਸੀ। ਸ਼ਾਇਦ ਮੇਰੇ ਖਿਆਲ 20 ਜੂਨ 1951 ਦੀ ਗੱਲ ਹੈਗੀ ਹੈ, ਫਿਰ ਪੈਪਸੂ 'ਚ ਲਾਗੂ ਕੀਤਾ ਗਿਆ। ਨਹੀਂ, ਕੌਂਸਲ ਆਫ ਮਿਨਿਸਟਰ ਦਾ ਜੋ ਵੀ ਡਿਸੀਜਨ ਹੁੰਦਾ ਹੈ ਜਾਂ ਜੋ ਵੀ ਉਹਨਾਂ ਦਾ ਇੱਕ ਪ੍ਰਕਿਰਿਆ ਹੁੰਦੀ ਹੈ, ਉਸ ਨੂੰ ਗਵਰਨਰ ਮੰਨਣ ਲਈ ਬੌਂਡ ਹੈ ਜਾਂ ਨਹੀਂ? ਦੇਖੋ, ਜਦੋਂ ਕੌਂਸਲ ਆਫ ਮਿਨਿਸਟਰਸ ਮੁੱਖ ਮੰਤਰੀ ਦੇ ਨਾਲ ਜਿਹੜੀ ਕਾਨੂੰਨ ਦੀ ਕੈਬਨਿਟ ਹੈਗੀ ਆ, ਕੋਈ ਕਾਨੂੰਨ ਪਾਸ ਕਰਦੇ ਨੇ, ਇੱਕ ਧਾਰਾ ਹੈ ਸੰਵਿਧਾਨ ਦੀ 167 167, ਉਹਦੇ ਅਨੁਸਾਰ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਡਿਟੇਲ 'ਚ ਵੀ ਦੱਸ ਸਕਦਾ ਉਹਦੇ ਬਾਰੇ, ਕਿਉਂਕਿ ਸਾਡੇ ਇਹ ਆਰਟੀਕਲ 167 ਦਾ ਜ਼ਿਕਰ ਵੀ ਹੈ ਇਸ ਲੈਟਰ ਵਿੱਚ। ਮੈਂ ਦੱਸਣ ਲੱਗਾ ਕਿ ਜਿਹੜਾ ਆਰਟੀਕਲ 167 ਹੈ ਉਹ ਕੀ ਹੈਗਾ। ਉਹ ਆਰਟੀਕਲ 167 ਇਹ ਮੈਂ ਤੁਹਾਨੂੰ ਬਿਲਕੁਲ ਸੰਵਿਧਾਨ ਦੇ ਅਨੁਸਾਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗਾ। ਦ ਚੀਫ ਮਿਨਿਸਟਰ ਕਮਿਊਨੀਕੇਟਸ ਆਲ ਦ ਡਿਸੀਜਨ, ਜਿਹੜੇ ਵੀ ਉਹ ਫੈਸਲੇ ਲੈਂਦੇ ਨੇ ਕੌਂਸਲ ਮਿਨਿਸਟਰ ਵਿੱਚ, ਜਿਹਨੂੰ ਅਸੀਂ ਕੈਬਨਿਟ ਕਹਿੰਦੇ ਆ, ਸਟੇਟ ਅਸੈਂਬਲੀ ਦੀ, ਜਿੱਦਾਂ ਕਿ ਦਿੱਲੀ ਦੀ ਕੈਬਨਿਟ ਹੈ, ਲੋਕ ਸਭਾ ਦੀ, of the council of ministers relating to the state affairs of administration and proposals for legislation to the legislation all communicated to the governor। ਵੀ ਜੋ ਵੀ ਕਾਨੂੰਨ ਬਣਾਏ ਆ, ਜੋ ਵੀ ਪ੍ਰਪੋਜ਼ਲ ਹੈਗੀਆਂ, ਉਹਨਾਂ ਨੂੰ ਗਵਰਨਰ ਨੂੰ ਉਹ ਦੇਣਗੇ। ਇਹ ਉਹਨਾਂ ਦੀ ਡਿਊਟੀ ਹੈ। ਸੰਵਿਧਾਨ ਦਾ ਆਰਟੀਕਲ 167 ਕਹਿੰਦਾ, ਇੱਕ ਤਾਂ ਆਪਣੇ ਉਹ ਦੇਣਗੇ, ਦੂਜਾ ਹੋਰ ਹੈ, ਉਹ ਕੀ ਹੈ, ਦਾ ਚੀਫ ਮਿਨਿਸਟਰ ਫਰਨਿਸ਼ਸ ਆਲ ਦਾ ਇਨਫੋਰਮੇਸ਼ਨ। ਇਹ ਤਾਂ ਵਰਡ ਫਰਨਿਸ਼ਸ ਹੈਗਾ, ਉਹ ਮੁਹੱਈਆ ਕਰਵਾਵੇਗਾ, ਫਰਨਿਸ਼ਸ ਮਤਲਬ ਮੁਹੱਈਆ ਕਰਵਾਵੇਗਾ, ਅਬਾਊਟ ਦਾ ਸਟੇਟ ਅਫੇਅਰ ਆਫ ਐਡਮਿਨਿਸਟ੍ਰੇਸ਼ਨ ਐਂਡ ਪ੍ਰਪੋਜ਼ਲ ਫਾਰ ਲੈਜਿਸਲੇਸ਼ਨ, ਜਿਹੜੇ ਕਾਨੂੰਨ ਬਣ ਗਏ ਆ। ਦੂਸਰਾ, ਜਿਹੜੇ ਕਾਨੂੰਨ ਬਣਨ ਦੀਆਂ ਪ੍ਰਪੋਜ਼ਲਾਂ, ਤਜਵੀਜ਼ਾਂ ਹੈਗੀਆਂ, ਟੂ ਦਾ ਗਵਰਨਰ, ਕਦੋਂ, ਜਦੋਂ ਗਵਰਨਰ ਉਹਦੀ ਮੰਗ ਕਰੇਗਾ। ਤੀਸਰਾ, ਕਿ ਜਦੋਂ ਟੂ ਸਬਮਿਟ ਦਾ ਕੰਸੀਡਰੇਸ਼ਨ ਆਫ ਦਾ ਕੌਂਸਲ ਆਫ ਮਿਨਿਸਟਰ ਐਨੀ ਮੈਟਰ ਔਨ ਵਿਚ ਏ ਡਿਸੀਜਨ ਹੈਜ਼ ਬੀਨ ਟੇਕਨ ਬਾਈ ਮਿਨਿਸਟਰ। ਮੰਨ ਲਓ ਤੁਸੀਂ ਮਿਨਿਸਟਰ, ਐਗਰੀਕਲਚਰ ਮਿਨਿਸਟਰ ਹੈ, ਤੁਸੀਂ ਕੋਈ ਪ੍ਰਪੋਜ਼ਲ ਦੇ ਉੱਤੇ ਕਿਸੇ ਉੱਤੇ ਕੋਈ ਐਕਸ਼ਨ ਲੈ ਲਿਆ, ਗਵਰਨਰ ਕਹਿੰਦਾ ਵੀ ਇਹ ਠੀਕ ਨਹੀਂ ਹੈਗਾ, ਇਹਨੂੰ ਕੌਂਸਲ ਮਿਨਿਸਟਰ ਕੋਲ ਲੈ ਜਾਓ, ਇਹਨੂੰ ਕੈਬਨਿਟ 'ਚ ਲੈ ਜਾਓ, ਆਪਣੀ ਵਿਧਾਨ ਸਭਾ ਦੀ, ਉੱਥੇ ਡਿਸਕਸ ਕਰੋ। ਫਿਰ ਮੁੱਖ ਮੰਤਰੀ ਕਹਿੰਦਾ ਠੀਕ ਹੈ ਜੀ, ਸਾਡੇ ਮਿਨਿਸਟਰ ਨੇ ਇਹ ਗੱਲ ਕਹੀ ਹੈ, ਅਸੀਂ ਉੱਥੇ ਲੈ ਜਾਂਦੇ ਹਾਂ। ਹੁਣ ਜਦੋਂ ਜਿਹੜੇ ਤੁਸੀਂ ਅੱਜ ਗੱਲ ਕਰ ਰਹੇ ਆ, ਤੁਸੀਂ ਪੁੱਛਿਆ ਕਿ ਉਹ ਉਹਨਾਂ ਨੂੰ ਦੱਸੇਗਾ, ਉਹ ਗਵਰਨਰ ਸਾਹਿਬ ਕਹਿ ਰਹੇ ਨੇ ਮੈਂ ਇਹਨਾਂ ਨੂੰ ਕਈ ਲੈਟਰ ਲਿਖੇ ਨੇ। ਨਹੀਂ ਸਰ, ਤੁਸੀਂ ਆਪ ਹੀ ਕਿਹਾ ਸੰਵਿਧਾਨ ਦੀ ਧਾਰਾ ਤੁਸੀਂ ਪੜ੍ਹ ਕੇ ਸੁਣਾਈ ਹੈ, ਕਮਿਊਨੀਕੇਟ ਕਰਨਾ ਨਾ ਸਰ, ਕਮਿਊਨੀਕੇਟ ਕਰਨਾ, ਹਾਂ ਕਮਿਊਨੀਕੇਟ ਕਰਨਾ ਨਾ। ਇਹ ਜ਼ਰੂਰੀ ਤਾਂ ਨਹੀਂਗਾ ਵੀ ਇੱਕ ਲਿਮਿਟੇਸ਼ਨ ਹੈ ਕਿ ਕਮਿਊਨੀਕੇਟ ਇਸ ਸਮਾਂ ਸੀਮਾ ਦੇ ਵਿੱਚ ਹੋ ਜਾਣਾ ਚਾਹੀਦਾ ਜਾਂ ਹੈ? ਨਹੀਂ, ਜਿਹੜੀ ਸਮੇਂ ਇਹ ਹੋਏਗਾ ਕਿ ਦੋ ਚੀਜ਼ਾਂ, ਇੱਕ ਤਾਂ ਇਹ ਹੈ ਕਿ ਤੁਸੀਂ ਕਾਨੂੰਨ ਬਣਾ ਲਿਆ, ਤੁਸੀਂ ਉਹਦੇ 'ਤੇ ਪਾਸ ਹੋ ਗਿਆ, ਤੁਸੀਂ ਉਹਨੂੰ ਰੂਟੀਨ ਮੈਟਰ 'ਚ ਗਵਰਨਰ ਕੋਲ ਭੇਜ ਦਿੱਤਾ, ਤੇ ਲਓ ਜੀ ਹੋ ਗਿਆ। ਦੂਜਾ, ਗਵਰਨਰ ਨੇ ਮੰਗ ਲਿਆ ਕਿ ਮੈਨੂੰ ਆਹ ਚੀਜ਼ ਦਿਓ ਵੀ, ਤੁਸੀਂ ਉਹਦੇ ਬਾਰੇ ਤੁਸੀਂ ਕਹਿ ਸਕਦੇ ਆ, ਜਿੱਦਾਂ ਕਿ ਭਗਵੰਤ ਮਾਨ ਜੀ ਉਹਨਾਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਮੈਨੂੰ ਲੈਟਰ ਲਿਖੇ ਨੇ ਤੇ ਸਾਨੂੰ ਟਾਈਮ ਲੱਗਦਾ ਹੈ ਉਹਦੇ 'ਤੇ ਜਵਾਬ ਬਣਾਉਣ ਨੂੰ। ਉਹ ਜਿਹੜੇ ਲੈਟਰ ਹੈਗੇ ਆ, ਉਹ ਲੈਟਰ ਉਹਦੇ 'ਚ ਤਕਰੀਬਨ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜਿਹੜੇ ਲੈਟਰ ਦਿੱਤੇ ਨੇ, ਉਹ ਸਾਡੇ ਪਾਸ ਆਹ ਲੈਟਰ ਨੇ ਜਿਹੜੇ ਅਸੀਂ ਡੇਟਾ ਪਾ ਕੇ ਤੁਹਾਨੂੰ ਦਿੱਤੇ ਨੇ। ਜਿਵੇਂ ਕਿ 21 ਜੁਲਾਈ ਨੂੰ ਲੈਟਰ ਲਿਖਿਆ ਇੱਕ, ਫਿਰ ਸਤੰਬਰ 24 ਨੂੰ ਲਿਖਿਆ, ਫਿਰ ਨਵੰਬਰ 23 ਨੂੰ ਲਿਖਿਆ, ਦਸੰਬਰ 12 2002 'ਚ ਗਏ ਆ, ਫਿਰ ਜਨਵਰੀ 4 2023 'ਚ ਗਏ ਆ। ਇਹ ਕਹਿੰਦੇ ਮੈਂ ਲੈਟਰ ਲਿਖੇ ਆ। ਉਹ ਲਿਖਦੇ ਆ ਕਿ ਆਈ ਰੈਗੂਲੇਟ ਟੂ ਨੋਟ ਦੈਟ
that in spite of the clear provision of article 167 ਜਿਹੜੀ ਤੁਸੀਂ ਗੱਲ ਕੀਤੀ ਹੈ ਮੈਂ ਤਾਂ ਹੀ ਪੜ੍ਹ ਕੇ ਰਿਹਾ ਉਹਨਾਂ ਦੇ ਲੈਟਰ 'ਚ ਆ of the constitution of India which makes it mandatory ਜ਼ਰੂਰੀ ਆ for the chief minister to furnish all such information relating to the administration of affair of the state as the governor may call for. You have failed to supply the information outrightly. ਚੀਫ ਮਿਨਿਸਟਰ ਸਾਹਿਬ ਕਹਿੰਦੇ ਆ ਕਿ ਅਸੀਂ ਤੁਹਾਨੂੰ ਇਨਕਾਰ ਤਾਂ ਨਹੀਂ ਕੀਤਾ, ਅਸੀਂ ਦੇਵਾਂਗੇ, ਟਾਈਮ ਲੱਗਦਾ। ਉਹਨਾਂ ਨੇ ਜੇ ਇਹ ਤਾਂ ਇੱਕ ਅਖਬਾਰ ਆ ਹਿੰਦੁਸਤਾਨ ਟਾਈਮਸ ਤੋਂ, ਤਾਂ ਮੈਂ ਟਾਈਮਸ ਮੰਡੀ ਤੋਂ ਲਿਆ, ਉਹਨਾਂ ਨੇ ਕਿਹਾ ਵੀ ਅਸੀਂ ਵੀ ਇੰਨੇ ਕਾਨੂੰਨ ਤੁਹਾਡੇ ਪਾਸ ਦਿੱਤੇ ਹੋਏ ਨੇ 6। ਉਹ ਕਹਿੰਦੇ ਅਸੀਂ ਕਿਹੜੇ ਦਿੱਤੇ ਹੋਏ ਨੇ, ਅਸੀਂ ਪੰਜਾਬ ਪ੍ਰੋਡਿਊਸ ਮਾਰਕੀਟਿੰਗ ਐਮੈਂਡਮੈਂਟ, ਪੰਜਾਬ ਪ੍ਰੋਡਿਊਸ ਐਗਰੀਕਲਚਰ ਬਿੱਲ ਦਿੱਤਾ ਹੋਇਆ, ਅਸੀਂ ਪੰਜਾਬ ਵਿਜੀਲੈਂਸ ਕਮਿਸ਼ਨ ਬਿੱਲ ਦਿੱਤਾ ਹੋਇਆ, ਪੰਜਾਬ ਪੁਲਿਸ ਅਮੈਂਡਮੈਂਟ ਜਿਹੜਾ ਬਿੱਲ ਵਾ 2023 ਦਾ ਉਹ ਦਿੱਤਾ ਹੋਇਆ, ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ 2023 ਦਾ ਦਿੱਤਾ ਹੋਇਆ, ਪੰਜਾਬ ਯੂਨੀਵਰਸਿਟੀ ਲਾਜ਼ ਅਮੈਂਡਮੈਂਟ 2023 ਦਾ ਦਿੱਤਾ ਹੋਇਆ। ਇਹ ਸਾਰੇ ਤਕਰੀਬਨ 9 ਮਹੀਨੇ ਹੋ ਗਏ ਆ ਤੁਹਾਡੇ ਕੋਲ ਪਏ ਹੋਏ ਨੇ। ਹੁਣ ਜਿਹੜੀ ਇਸ ਤਰ੍ਹਾਂ ਦੀ ਕਹਿੰਦੇ ਅਸੀਂ ਤੁਸੀਂ ਤਾਂ ਸਿਰਫ ਸਾਈਨ ਹੀ ਕਰਨੇ ਆ, ਮੈਂ ਅਖਬਾਰ ਤੋਂ ਕੋਟ ਕਰ ਰਿਹਾ, ਤੁਹਾਡੇ ਸਾਈਨ ਹੋ ਕੇ ਆਉਣਾ ਸੀਗਾ, ਤੁਸੀਂ ਰੱਖੇ ਹੋਏ ਨੇ, ਅਸੀਂ ਤਾਂ ਤੁਹਾਡੇ ਜਵਾਬ ਦੇਣੇ ਆ, ਸਾਨੂੰ ਟਾਈਮ ਲੱਗੂਗਾ। ਉਹ ਕਹਿੰਦੇ ਮੈਂ ਇਨਕਾਰ ਤਾਂ ਨਹੀਂ ਕੀਤਾ। ਨਹੀਂ, ਕਈ ਬਿੱਲਾਂ ਚੋਂ ਅਗਾਂਹ ਵੀ ਉਹਨਾਂ ਨੇ ਭੇਜਣੇ ਹੋਣਗੇ ਵਿਚਾਰ ਲਈ, ਰਾਸ਼ਟਰਪਤੀ ਤੱਕ ਵੀ ਜਾਣੇ ਹੋਣਗੇ, ਬਿਲਕੁਲ ਕੇਂਦਰ ਤੱਕ ਵੀ ਜਾਣੇ ਹੋਣਗੇ। ਬਿਲਕੁਲ। ਤੇ ਫਿਰ ਗਵਰਨਰ ਸਾਹਿਬ ਵੀ ਕਹਿ ਸਕਦੇ ਆ ਮੈਂ ਉਹਦੇ ਲਈ ਵਕਤ ਚਾਹੀਦਾ। ਨਹੀਂ, ਫਿਰ ਜਿਹੜੇ ਰਾਸ਼ਟਰਪਤੀ ਮਤਲਬ ਸਾਡੇ ਆਨਰੇਬਲ ਰਾਸ਼ਟਰਪਤੀ ਨੇ, ਉਹ ਉਸੇ ਵਕਤ ਨਹੀਂ ਪਾਸ ਕਰ ਸਕਦੇ, ਉਹ ਇਹਨਾਂ ਨੂੰ ਮੁੜ ਕੇ ਭੇਜ ਸਕਦੇ ਨੇ, ਕਿਉਂਕਿ ਦੁਬਾਰਾ ਵਿਚਾਰ ਕਰੋ। ਉਹ ਐਨ ਹੁੰਦਾ ਕਿ ਜਿੰਨੀ ਵਾਰੀ ਮਰਜ਼ੀ ਚਾਹਣ ਦੁਬਾਰਾ ਭੇਜ ਸਕਦੇ, ਵਿਚਾਰ ਕਰੋ, ਦੁਬਾਰਾ ਭੇਜ, ਵਿਚਾਰ ਕਰੋ, ਬੜਾ ਟਾਈਮ ਲੱਗ ਜਾਂਦਾ ਹੈਗਾ। ਸੰਵਿਧਾਨ ਦੀ ਪ੍ਰੋਵੀਜ਼ਨ ਹੈਗੀ, ਇਹ ਤਾਂ ਨਹੀਂ ਹੈਗਾ ਵੀ ਤੁਸੀਂ ਮੁੱਖ ਮੰਤਰੀ ਆ, ਤੁਸੀਂ ਕਿਸੇ ਗਵਰਨਰ ਸਾਹਿਬ ਨੂੰ, ਆਪਣੇ ਸਟੇਟ ਦੇ ਗਵਰਨਰ ਨੂੰ ਬਿੱਲ ਭੇਜਿਆ, ਉਹ ਗਾਹਾਂ ਰਾਸ਼ਟਰਪਤੀ ਕੋਲ ਭੇਜ ਦੇਵੇ, ਰਾਸ਼ਟਰਪਤੀ ਸਾਈਨ ਕਰ ਦੇਣ। ਕੋਈ ਟਾਈਮ ਬਾਉਂਡ ਤਾਂ ਨਹੀਂ ਹੈਗਾ ਨਾ ਗਵਰਨਰ ਸਾਹਿਬ ਕੋਲ ਟਾਈਮ ਬਾਉਂਡ ਆ ਵੀ ਭਾਈ ਇੰਨੇ ਦੇਰ 'ਚ ਮੈਂ ਵਾਪਸ ਭੇਜਣੇ ਜਾਂ ਗਾਹਾਂ ਭੇਜਣੇ। ਦੇਖੋ, ਇੱਕ ਐਡਮਿਨਿਸਟ੍ਰੇਸ਼ਨ ਹੈ, ਸਾਡਾ ਸੰਵਿਧਾਨ ਹੈ, ਸਾਡੇ ਸੰਵਿਧਾਨ ਕਹਿੰਦਾ ਕਿ ਅਸੀਂ ਤੁਹਾਨੂੰ ਮੁਹੱਈਆ ਕਰਵਾਉਣੀ ਆ ਲਿਬਰਟੀ, ਇਕੁਐਲਿਟੀ ਤੇ ਸੋਸ਼ਲ ਜਸਟਿਸ। ਅਸੀਂ ਭਾਰਤ ਵਿੱਚ ਫਰੈਟਰਨਿਟੀ ਕ੍ਰੀਏਟ ਕਰਨੀ ਹੈ, ਆਜ਼ਾਦੀ ਆ, ਬਰਾਬਰਤਾ ਹੈਗੀ ਆ ਤੇ ਜਸਟਿਸ ਹੈਗਾ। ਜੇ ਇਹ ਚੀਜ਼ਾਂ ਹੈਗੀਆਂ ਤਾਂ ਸਾਰਾ ਜਿਹੜੀ ਲੋਕਤੰਤਰ ਹੈਗਾ ਨਾ, ਇਹ ਇਕੱਲੇ ਗਿਣਤੀ ਮਿਣਤੀ ਨਹੀਂ ਹੈਗੀ, ਇਹਦੇ ਵਿੱਚ ਬਹੁਤ ਕੁਛ ਹੈ ਕਿ ਤੁਸੀਂ ਜਵਾਬ ਦਿਓ। ਟਾਈਮ ਬਾਏ ਕਰ ਰਹੇ ਆ ਸਾਰੇ, ਜੇ ਟਾਈਮ ਬਾਏ ਕਰਨੇ ਆ, ਇਹ ਵੀ ਕਹਾਂਗਾ ਉਹ ਵੀ ਫਿਰ ਐਡਮਿਨਿਸਟ੍ਰੇਸ਼ਨ ਪੂਰਾ। ਚਲੋ ਮੈਂ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਜਸਟਿਸ ਦੀ ਗੱਲ ਕੀਤੀ ਹੈ, ਆਜ਼ਾਦੀ ਦੀ ਗੱਲ ਕੀਤੀ ਹੈ, ਤੇ ਉਸ ਆਜ਼ਾਦੀ ਦੇ ਵਿਚਾਲੇ ਸ਼ਹੀਦ ਭਗਤ ਸਿੰਘ ਦਾ ਜ਼ਿਕਰ ਵੀ ਹੁੰਦਾ ਹੈ। ਜੋ ਜਸਟਿਸ ਦੀ ਗੱਲ ਹੁੰਦੀ ਹੈ, ਸੰਵਿਧਾਨ ਦੀ ਗੱਲ ਹੁੰਦੀ ਹੈ, ਡਾਕਟਰ BR ਅੰਬੇਡਕਰ ਦਾ ਜ਼ਿਕਰ ਵੀ ਹੁੰਦਾ ਹੈ, ਤੇ ਪ੍ਰੋਫੈਸਰ ਰੌਣਕੀ ਰਾਮ ਹਰਾ ਦਾ ਵਾਹ ਵਾਸਤਾ ਇਹਨਾਂ ਨਾਲ ਸਿੱਧੇ ਤੌਰ ਤੇ, ਕਿਉਂਕਿ ਪੋਲੀਟੀਕਲ ਸਾਇੰਸ ਸੇ ਪੜ੍ਹਾਉਂਦੇ ਆ, ਤੇ ਸ਼ਹੀਦ ਭਗਤ ਸਿੰਘ ਚੇਅਰ ਦੀ ਜ਼ਿੰਮੇਵਾਰੀ ਵੀ ਇਹਨਾਂ ਕੋਲੇ ਪੰਜਾਬ ਯੂਨੀਵਰਸਿਟੀ ਵਿੱਚ ਵਾਪਸ ਆ ਰਿਹਾ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਤੇ ਜਦੋਂ ਕਿਸੇ ਲਹਿਰ ਦੀ ਗੱਲ ਹੁੰਦੀ ਹੈ, ਤੇ ਜਦੋਂ ਕਿਸੇ ਮੂਵਮੈਂਟ ਦਾ ਜ਼ਿਕਰ ਹੁੰਦਾ, ਤਾਂ JNU ਦਾ ਬਹੁਤ ਜ਼ਿਕਰ ਹੁੰਦਾ। ਤੇ ਪ੍ਰੋਫੈਸਰ ਰੌਣਕੀ ਰਾਮ JNU ਜੀ ਦੇ ਪਾਸ ਆਊਟ ਹੋ ਤੁਸੀਂ, ਉੱਥੋਂ PhD ਕੀਤੀ ਤੁਸੀਂ ਇੰਟਰਨੈਸ਼ਨਲ ਰਿਲੇਸ਼ਨ ਵਿੱਚ। ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚ ਅਸੀਂ ਤਾਂ ਸਟੇਟ ਰਿਲੇਸ਼ਨ ਵਿੱਚ ਉਲਝੇ ਹੋਏ ਹਾਂ, ਤੁਸੀਂ ਇੰਟਰਨੈਸ਼ਨਲ ਦੀ ਗੱਲ ਦੇਖੋ। ਇਹ ਤਾਂ ਦਾਰਾ ਹੀ ਆ, ਜਿੰਨਾ ਜ਼ਿਆਦਾ ਇੰਟਰਨੈਸ਼ਨਲ ਰਿਲੇਸ਼ਨ ਉਲਝਿਆ ਹੋਇਆ ਉਹਨੇ ਸਟੇਟ ਤੇ ਉਲਝੀ ਹੁੰਦੀ ਹੈ। ਚਲੋ ਮੈਂ ਇੱਕ ਚੀਜ਼ ਤੁਹਾਡੇ ਤੋਂ ਸੁਣਨਾ ਚਾਹੁੰਦਾ ਪ੍ਰੋਫੈਸਰ ਰੌਣਕੀ ਰਾਮ, ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜ਼ਿਕਰ ਹੁੰਦਾ, ਤੁਸੀਂ ਉਸ ਚੇਅਰ ਨੂੰ ਐਡਰੈਸ ਕਰਦੇ ਪਏ, ਉਸ ਚੇਅਰ ਦੇ ਪ੍ਰੋਫੈਸਰ ਹੋ ਤੁਸੀਂ, ਡਾਕਟਰ BR ਅੰਬੇਡਕਰ ਦਾ ਜ਼ਿਕਰ ਹੁੰਦਾ, ਜਿਹੜੇ ਸੰਵਿਧਾਨ ਦੇ ਨਿਰਮਾਤਾ ਨੇ, ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜ਼ਿਕਰ ਕਰਦੀ ਹੈ, ਡਾਕਟਰ BR ਅੰਬੇਡਕਰ ਦਾ ਜ਼ਿਕਰ ਕਰਦੀ ਹੈ। ਉਹਨਾਂ ਦੋਨਾਂ ਦੀ ਸੋਚ ਤੇ ਪਹਿਰਾ ਦਿੱਤਾ ਜਾ ਰਿਹਾ। ਦੇਖੋ, ਉਹਨਾਂ ਦੀ ਸੋਚ ਤੇ ਜੇ ਪਹਿਰਾ ਦਿੱਤਾ ਜਾਵੇ ਤਾਂ ਇੱਕ ਬਹੁਤ ਵਧੀਆ ਫੈਡਰਲ ਸਟਰਕਚਰ ਜਿਹੜਾ ਹੈਗਾ ਉਹ ਕ੍ਰੀਏਟ ਹੋ ਸਕਦਾ। ਤਾਂ ਲੋਕਾਂ ਦੀ ਜਿਹੜੀ ਆਜ਼ਾਦੀ ਦੀ ਤੁਸੀਂ ਗੱਲ ਕੀਤੀ ਆ, ਬਰਾਬਰਤਾ ਦੀ ਇਸ਼ਾਰਾ ਮੈਂ ਕੀਤਾ ਸੀ, ਜਸਟਿਸ ਦਾ ਇਸ਼ਾਰਾ ਕੀਤਾ ਸੀ, ਉਹ ਉਸ ਵੇਲੇ ਦੀਆਂ ਜਿਹੜੀਆਂ ਸੋਚਾਂ ਸਨ, ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ, ਭੀਮ ਰਾਓ ਰਾਮਜੀ ਅੰਬੇਦਕਰ, ਭਗਤ ਸਿੰਘ ਦੀ ਸਟੱਡੀ ਬਹੁਤ ਸੀਗੀ, ਭੀਮ ਰਾਓ ਅੰਬੇਦਕਰ ਨੇ ਪੜ੍ਹਿਆ ਬਹੁਤ ਸੀਗਾ, ਉਹਨਾਂ ਨੇ ਤਾਂ ਆਪਣੀ 23 ਸਾਲ ਦੀ ਉਮਰ 'ਚ ਬਲਿਦਾਨ ਦੇ ਦਿੱਤਾ ਸੀਗਾ ਸ਼ਹੀਦ ਭਗਤ ਸਿੰਘ ਨੇ। ਔਰ ਕਿੰਨਾ ਜਾ ਕੇ ਕਾਨਪੁਰ ਜਾ ਕੇ ਤੁਸੀਂ ਦੇਖੋ ਕਿੰਨਾ ਹਾਲਾਤਾਂ ਵਿੱਚ ਘਰੋਂ ਘਰਦਿਆਂ ਨੇ ਕਿਹਾ ਵਿਆਹ ਕਰਨਾ ਹੈ, ਕਹਿੰਦਾ ਨਹੀਂ ਮੈਂ ਜਾ ਕੇ ਜਾਣਾ, ਬਿਲਕੁਲ ਸਾਰਾ ਜੀਵਨ ਉੱਥੇ ਲਗਾਇਆ। ਜਿੰਨੀਆਂ ਲਿਸਟਾਂ ਕਿਤਾਬਾਂ ਪੜ੍ਹੀਆਂ ਉਹਨਾਂ ਦੀਆਂ, ਬੁੱਕਸ ਜਿਹੜੀਆਂ ਸਤੀਸ਼ ਜੈਨ ਸਾਹਿਬ ਨੇ ਕਿਤਾਬ ਲਿਖੀ ਆ, ਉਹਨਾਂ ਦੇ ਪੂਰੀਆਂ ਜਿੰਨੀਆਂ ਕਿਤਾਬਾਂ ਪੜ੍ਹੀਆਂ, ਉਹਨਾਂ ਦੇ ਓਰੀਜਨਲ ਸੋਰਸ ਕਿੱਥੋਂ ਕਿੱਥੋਂ ਦੇਖੋਗੇ ਤੁਸੀਂ ਹੈਰਾਨ ਹੋ ਜਾਓਗੇ ਕਿ ਇੰਨੀ ਛੋਟੀ ਉਮਰ 'ਚ ਇੰਨਾ ਕੁਛ ਪੜ੍ਹਿਆ। ਕਾਰਨ ਕੀ ਸੀਗਾ? ਉਹ ਚਾਹੁੰਦੇ ਸੀਗੇ ਕਿ ਜਿਹੜੀ ਇੰਨੀ ਲੰਬੀ ਆਜ਼ਾਦੀ ਦੀ ਅਸੀਂ ਸੰਘਰਸ਼ ਲੜਿਆ,
ਔਰ ਇੰਨੀ ਲੰਬੀ ਗੁਲਾਮੀ 11ਵੀਂ ਸਦੀ ਤੋਂ ਲੈ ਕੇ ਮੁਗਲ ਪਹਿਲਾਂ ਸਲਤਨਤ, ਫਿਰ ਮੁਗਲ, ਫਿਰ ਅੰਗਰੇਜ਼, ਇੰਨਾ ਕੁਛ ਹੋ ਕੇ ਇਹ ਦੇਸ਼ ਕਿਵੇਂ ਇੱਥੇ ਅਸੀਂ ਕਿਵੇਂ ਆਜ਼ਾਦੀ ਦੀ ਕਿਰਨ ਜਿਹੜੀ ਆ ਉਹਦੇ ਉੱਤੇ ਸਾਡੇ ਤੇ ਅਕਸ ਪਵੇਗਾ, ਕਿਵੇਂ ਉਹਨੂੰ ਬਣਾਏ ਰੱਖਣਾ ਹੈ, ਉਹਨਾਂ ਨੇ ਤੇ ਬੜਾ ਜ਼ੋਰ ਦਿੱਤਾ। ਇਸ ਕਰਕੇ ਸ਼ਹੀਦ ਭਗਤ ਸਿੰਘ ਨੇ ਕਿਹਾ ਸੀਗਾ ਕਿ ਜਿਹੜੀ ਆਜ਼ਾਦੀ ਮਿਲੀ ਆ ਇਹ ਲੋਕਤੰਤਰ ਜਿਹੜਾ ਅਸੀਂ ਕਹਿ ਰਹੇ ਹਾਂ ਇਹ ਰਾਜਨੀਤਿਕ ਆਜ਼ਾਦੀ ਆ, ਪੋਲੀਟੀਕਲ ਆਜ਼ਾਦੀ ਹੈ। ਇਹਦੇ 'ਚ ਅਸੀਂ ਅਜੇ ਸਮਾਜਿਕ ਤੇ ਆਰਥਿਕ ਆਜ਼ਾਦੀ ਲਿਆਉਣੀ ਹੈ। ਜਿਹੜੀ ਸਮਾਜਿਕ ਤੇ ਆਰਥਿਕ ਆਜ਼ਾਦੀ ਆ ਉਹਦੇ ਬਾਰੇ ਦੋ ਲੈਵਲ ਤੇ ਕੰਮ ਹੋਣਾ। ਇੱਕ ਤਾਂ ਵਧੀਆ ਫੈਡਰਲ ਸਟਰਕਚਰ, ਦੂਸਰਾ ਹਾਲੇ ਕਿ ਡਾਕਟਰ BR ਅੰਬੇਦਕਰ ਦੀ ਜੋ ਵਿਚਾਰ ਸਨ ਫੈਡਰਲ ਸਟਰਕਚਰ ਬਾਰੇ ਉਹ ਵੀ ਬੜੇ ਇੰਟਰਸਟਿੰਗ ਹੈਗੇ। ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਕਿਵੇਂ ਚੱਲਿਆ ਸੀ। ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਇਹ ਕਹਿਣਾ ਸੀਗਾ, ਸ਼ਹੀਦ ਭਗਤ ਸਿੰਘ ਦਾ, ਕਿ ਅਸੀਂ ਆਜ਼ਾਦੀ ਵਾਸਤੇ ਜਦ ਤੱਕ ਲੋਕਾਂ ਨੂੰ ਉਹਨਾਂ ਦੇ ਸੁਹਿਰਦਤਾ ਦੇ ਨਾਲ ਉਹਨਾਂ ਪ੍ਰਤੀ ਜਵਾਬਦੇਹ ਨਹੀਂ ਹੈਗੇ, ਤੁਸੀਂ ਟਾਈਮ ਸਿਰ ਕਾਨੂੰਨ ਪਾਸ ਕਰੋ, ਤੁਸੀਂ ਟਾਈਮ ਸਿਰ ਉਹਨੂੰ ਲਾਗੂ ਕਰੋ। ਉਹ ਜਿਹੜੇ ਕਾਨੂੰਨ ਹੈ ਉਹ ਤੁਸੀਂ ਜਿੱਦਾਂ ਉਹਨਾਂ ਦਾ ਇਰਾਦਾ ਸੀ ਵੀ ਸਭ ਤੋਂ ਜਿਹੜਾ ਗਰੀਬ ਬੰਦਾ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਕਾਨੂੰਨ ਪਾਸ ਕਰਨਾ ਹੈ। ਸਿਰਫ ਅਤੇ ਸਿਰਫ ਅਸੀਂ ਇੱਕ ਹੀਰੋ ਭਗਤੀ ਨਹੀਂ ਕਰਨੀ ਹੈਗੀ। ਉਹਨਾਂ ਨੇ ਵੀ ਚੀਜ਼ਾਂ ਨੂੰ ਖੰਡਨ ਕੀਤਾ ਸੀਗਾ। ਇਸ ਕਰਕੇ ਉਹ ਕਹਿੰਦੇ ਸੀ ਆਜ਼ਾਦੀ ਗੁਲਾਟੀਏ ਆ, ਸਾਨੂੰ ਫਾਂਸੀ ਨਾ ਦੇਵੋ, ਸਾਨੂੰ ਗੋਲੀ ਮਾਰ ਕੇ ਮਾਰੋ, ਅਸੀਂ ਤਾਂ ਆਜ਼ਾਦੀ ਤੇ ਅਸੀਂ ਤਾਂ ਵੀ ਆਰ ਫਾਈਟਿੰਗ ਦ ਸਟੇਟ। ਇਸ ਕਰਕੇ ਉਹ ਜਿਹੜੀਆਂ ਧਾਰਨਾਵਾਂ ਸੀਗੀਆਂ ਉਹ ਆਜ਼ਾਦੀ ਦੀ ਗੱਲ ਇਸ ਤਰ੍ਹਾਂ ਕਰਦੇ ਨੇ, ਉਹ ਇਕੁਐਲਿਟੀ ਦੀ ਗੱਲ ਇਸ ਤਰ੍ਹਾਂ ਕਰਦੇ ਨੇ, ਇਸ ਲਈ ਕਿਸਾਨ ਦੀ ਗੱਲ ਕਰਦੇ ਨੇ। ਕਿਉਂਕਿ ਉਹ ਆਪਣੀ ਰਾਈਟਿੰਗ ਵਿੱਚ ਤੁਸੀਂ ਦੇਖੋ ਜੇਲ੍ਹ 'ਚ ਬੈਠੇ ਆ, ਆਪਣੇ ਫਾਦਰ ਸਾਹਿਬ ਨੂੰ ਜਿਹਨੂੰ ਆਪਣੇ ਦਾਦਾ ਜੀ ਨੂੰ ਉਹ ਲਿਖਦੇ ਪੁੱਛਦੇ ਆ ਕਿ ਪਿੰਡ ਵਿੱਚ ਜਿਹੜਾ ਫਲਾਣਾ ਬੰਦਾ ਸੀਰੀ ਹੈਗਾ ਤੇ ਉਹਦਾ ਕੀ ਹਾਲ ਹੈਗਾ। ਜਦੋਂ ਜੇਲ੍ਹ ਦੇ ਵਿੱਚ ਉਹ ਪੁੱਛਦੇ ਨੇ ਗੋਬਾ ਨੂੰ, ਜਿਹਨੂੰ ਉਹ ਬੇਬੇ ਕਹਿੰਦੇ ਨੇ, ਉਹਨੂੰ ਕਹਿੰਦੇ ਕਿ ਮੇਰੀ ਤਮੰਨਾ ਹੈਗੀ ਆ ਕਿ ਮੈਂ ਫਾਂਸੀ ਤੋਂ ਪਹਿਲਾਂ ਤੇਰੇ ਹੱਥਾਂ ਦੀ ਰੋਟੀ ਖਾਵਾਂ, ਜਿਹੜਾ ਮਿਹਤਰ ਹੁੰਦਾ ਹੈਗਾ। ਕਿਉਂਕਿ ਇਹ ਵੀ ਇੱਕ ਸਿੰਬੋਲਿਕ ਨਹੀਂ ਹੈਗਾ, ਇਹ ਰਿਐਲਿਟੀ ਹੈਗੀ ਆ ਕਿ ਉਹ ਸੋਚ ਰਹੇ ਸੀ ਆਜ਼ਾਦੀ ਦਾ। ਇਸ ਕਰਕੇ ਜਦੋਂ ਅਸੀਂ ਵਿਧਾਨ ਸਭਾ ਦੇ ਵਿੱਚ ਅਸੀਂ ਐਜ ਏ ਗਵਰਨਰ, ਅਸੀਂ ਐਜ ਏ ਰਾਸ਼ਟਰਪਤੀ, ਸਾਡੇ ਜਿਹੜੇ ਅਹੁਦੇ ਹੈਗੇ ਆ ਇਹ ਜਿਹੜੇ ਅਹੁਦੇ ਨੇ ਇਹ ਅੰਗਰੇਜ਼ਾਂ ਦੇ, ਉਸ ਤੋਂ ਪਹਿਲਾਂ ਮੁਗਲਾਂ ਦੇ, ਉਸ ਤੋਂ ਪਹਿਲਾਂ ਸੁਲਤਨਤ ਦੇ ਜਿਹੜੇ ਹਾਕਮ ਸੀਗੇ ਉਹਨਾਂ ਨੂੰ ਅਲੱਗ ਵਾ। ਇਹ ਲੋਕਾਂ ਦੇ ਪਾਵਰ ਹੈ, ਉਹਨਾਂ ਨੇ ਆਪਣੀ ਪਾਵਰ ਨਹੀਂ, ਲੋਕਾਂ ਦੀ ਪਾਵਰ ਜਿਹੜੀ ਇਹਨਾਂ ਨੂੰ ਮਿਲੀ ਹੈ ਹਾਂ ਉਹਦਾ ਇਸਤੇਮਾਲ ਸਹੀ ਕੌਣ ਕਰਦਾ ਪਿਆ? ਇਸ ਕਰਕੇ ਜਿਹੜੇ ਇਸਤੇਮਾਲ ਕਰਨ ਵਾਸਤੇ ਇਹ ਜਿਹੜਾ ਸਾਰਾ ਇਸ ਵਕਤ ਸਾਡੇ ਪਾਸ ਧਾਰਨਾ ਬਣ ਰਹੀ ਆ ਕਿ ਅਸੀਂ ਇਸਤੇਮਾਲ ਸਹੀ ਕਰਨ ਵਾਸਤੇ 356 ਲਾਗੂ ਕਰਦੇ ਆ। ਕਿ ਇਹਦਾ ਸਹੀ ਮਰਕਜ਼ ਹੈ, ਮੈਂ ਤੁਹਾਨੂੰ ਅੰਬੇਦਕਰ ਸਾਹਿਬ ਦੀ ਗੱਲ ਪੜ੍ਹ ਕੇ ਸੁਣਾਉਂਦਾ ਹੈ। 356 ਉੱਤੇ ਕਨਸਟੀਟਿਊਟ ਅਸੈਂਬਲੀ ਵਿੱਚ, ਕਿਉਂਕਿ ਉਹ ਤਾਂ ਵਨ ਆਫ ਦਾ ਹੀ ਵਾਜ ਚੇਅਰਮੈਨ ਆਫ ਕਨਸਟੀਟਿਊਟ ਅਸੈਂਬਲੀ ਡਰਾਫਟ ਕਮੇਟੀ ਦੇ, ਉਹ ਕੀ ਬੋਲਦੇ ਨੇ ਉਹਨਾਂ ਦੇ ਸ਼ਬਦਾਂ 'ਚ ਇੱਕ ਸ਼ਬਦ ਉਹਨਾਂ ਦਾ ਹੈਗਾ, ਭੀਮਰਾਓ ਅੰਬੇਦਕਰ ਚੇਅਰਮੈਨ ਆਫ ਦਾ ਡਰਾਫਟ ਕਮੇਟੀ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ ਰੈਫਰ ਟੂ ਦਾ ਆਰਟੀਕਲ 356 ਐਜ ਡੈਡ ਲੈਟਰ ਆਫ ਦਾ ਕਨਸਟੀਟਿਊਸ਼ਨ। ਡੈਡ ਲੈਟਰ ਕਿ ਇਹਨੂੰ ਤੁਸੀਂ ਮਰਿਆ ਲੈਟਰ ਸਮਝੋ, ਕਿ ਮਤਲਬ ਕਿ ਇਹਨੂੰ ਕਦੀ ਲਾਗੂ ਨਹੀਂ ਕਰਨਾ। ਕਦੋਂ ਲਾਗੂ ਕਰਨਾ? ਦੇਖੋ, in the Constituent Assembly debate, it was suggested that Article 356 is liable to be abused for political gains. 56 ਤਾਂ ਬਣਾਇਆ ਸੀ ਨਾ ਕਿ ਲੋਕਾਂ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ। ਉਹ ਕਹਿੰਦੇ ਆ ਕਿ ਪੋਲੀਟੀਕਲ ਅਬਿਊਜ਼ ਹੋਏਗਾ, ਇਹਨੂੰ ਰਾਜਨੀਤਿਕ ਦੁਰਵਰਤੋਂ ਲਈ ਵਰਤਿਆ ਜਾ ਸਕਦਾ ਹੈਗਾ। ਆਪਣੇ ਕਨਸਟੀਟਿਊਟ ਅਸੈਂਬਲੀ ਪੋਲੀਟੀਕਲ ਟੂਲ ਐਜ਼ ਏ ਪੋਲੀਟੀਕਲ ਅਬਿਊਜ਼ ਟੂਲ, ਨਹੀਂ ਐਜ਼ ਅਬਿਊਜ਼ ਦੁਰਵਰਤੋਂ ਹੋ ਸਕਦੀ ਹੈ ਦੀ ਰਾਜਨੀਤਿਕ। ਕਿਉਂ? ਅੰਬੇਦਕਰ ਨੇ ਸੰਵਿਧਾਨ ਵਿੱਚ ਦੱਸਿਆ, ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਆਈ ਸ਼ੇਅਰ ਦ ਸੈਂਟੀਮੈਂਟਸ ਦੈਟ ਸੱਚ ਆਰਟੀਕਲਸ ਵਿਲ ਨੈਵਰ ਬੀ ਕਾਲਡ ਇਨਟੂ ਆਪਰੇਸ਼ਨ। ਇਹ ਆਰਟੀਕਲ ਕਦੀ ਵੀ ਲਾਗੂ ਨਹੀਂ ਕੀਤੇ ਜਾਣੇ ਚਾਹੀਦੇ, ਨਾ ਲਾਗੂ ਕੀਤੇ ਜਾਣਗੇ। ਐਂਡ ਦੇ ਵੁੱਡ ਰਿਮੇਨ ਏ ਡੈਡ ਲੈਟਰ, ਇਹ ਮਰੇ ਹੋਏ ਲੈਟਰ ਇਹਨੂੰ ਮੰਨਾਂਗੇ ਡੈਡ ਲੈਟਰ, ਵੀ ਕਦੀ ਯੂਜ਼ ਨਹੀਂ ਹੋਣੇ। ਇਫ ਐਟ ਆਲ ਦੇ ਆਰ ਬਰੌਟ ਇਨਟੂ ਆਪਰੇਸ਼ਨ, ਜੇ ਕਦੀ ਇਹਨਾਂ ਨੂੰ ਯੂਜ਼ ਕਰਨਾ ਪੈ ਵੀ ਜਾਏ, ਆਈ ਹੋਪ ਦ ਪ੍ਰੈਜ਼ੀਡੈਂਟ ਜਿਹੜਾ ਲਾਗੂ ਕਰਨਾ ਹੈਗਾ, who is endowed with these powers will take proper precautions very ਇਤਨਾਰ ਦੇ ਨਾਲ before actually suspending the administration of the provinces। ਉਦੋਂ ਪ੍ਰੋਵਿੰਸ ਕਹਿੰਦੇ ਸਟੇਟ, ਕਿ ਰਾਜਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਭੰਗ ਕਰਨ ਤੋਂ ਪਹਿਲਾਂ ਬੜੀ ਪ੍ਰੀਕਾਸ਼ਨ ਨਹੀਂ। ਫਿਰ ਅੱਗੇ ਹੋਰ ਸੁਣੋ, I hope the first thing he will do would be to issue a mere warning। ਪਹਿਲਾਂ ਵਾਰਨਿੰਗ ਦੇਵੇਗਾ ਵੀ ਮੈਂ ਇਹ ਲਾਗੂ ਕਰ ਦੇਣਾ, ਵੀ ਤੁਹਾਡੀ ਭੰਗ ਕਰ ਦੇਣੀ ਹੈ। ਟੂ ਦਾ ਸਟੇਟ ਪ੍ਰੋਵਿੰਸ ਦੈਟ ਹੈਜ਼ ਅਰਡ, ਜੇ ਉਹਨੇ ਗਲਤੀ ਕੀਤੀ ਹੋਈ ਆ, ਦੈਟ ਥਿੰਗਸ ਵਰ ਨਾਟ ਹੈਪਨਿੰਗ ਇਨ ਦਾ ਵੇ ਇਨ ਵਿਚ ਦੈਟ ਵਰ ਇੰਟੈਂਡਡ ਟੂ ਹੈਪਨ ਇਨ ਦਾ ਕਨਸਟੀਟਿਊਸ਼ਨ। ਵੀ ਸੰਵਿਧਾਨ ਦੇ ਅਨੁਸਾਰ ਜਿਸ ਤਰ੍ਹਾਂ ਅਸੀਂ ਲੋਕਤੰਤਰ ਨੂੰ ਚਲਾਉਣਾ ਚਾਹੁੰਦੇ ਉਦੋਂ ਤੁਸੀਂ ਨਹੀਂ ਚਲਾ ਰਹੇ, ਤਾਂ ਤੁਹਾਨੂੰ ਭੰਗ ਕਰ ਦੇਣਾ ਹੈਗਾ।
ਇਹੋ ਹੀ ਹੈ ਨਾ 356 ਆਰਟੀਕਲ ਤੇ ਤੁਹਾਡੀ ਸਰਕਾਰ ਭੰਗ ਕਰ ਦੇਣੀ ਹੈ। ਦੇਖ ਲਓ ਵਾਰਨਿੰਗ ਹੈ, ਇਫ ਦੈਟ ਵਾਰਨਿੰਗ ਫੇਲਸ ਉਹ ਨਹੀਂ ਹਟਦੇ। ਦ ਸੈਕੰਡ ਥਿੰਗ, ਇੱਕ ਕਨਸਟੀਟਿਊਸ਼ਨ ਅਸੈਂਬਲੀ 'ਚ ਜਿੱਥੇ ਸੰਵਿਧਾਨ ਲਿਖਿਆ ਜਾ ਰਿਹਾ, ਜਿੱਥੇ ਸੰਵਿਧਾਨ ਬਣਾਇਆ ਜਾ, ਉੱਥੇ ਗੱਲ ਹੋ ਰਹੀ ਹੈ। ਦ ਸੈਕੰਡ ਥਿੰਗ ਫਾਰ ਹਿਮ ਟੂ ਡੂ ਵਿਲ ਵੀ ਪ੍ਰੈਜ਼ੀਡੈਂਟ ਨੂੰ ਇਨ ਆਰਡਰ ਐਨ ਇਲੈਕਸ਼ਨ ਟੂ ਬੀ ਆਰਡਰ ਐਨ ਇਲੈਕਸ਼ਨ ਅਲਾਉਇੰਗ ਦ ਪੀਪਲ ਆਫ ਦ ਸਟੇਟ ਮਤਲਬ ਪ੍ਰੋਵਿੰਸ ਟੂ ਸੈਟਲ ਮੈਟਰ ਬਾਈ ਦਮਸੈਲਫ। ਫਿਰ ਨਹੀਂ ਹਟਦੇ, ਉਹ ਕਹੂਗਾ ਨਵਾਂ ਇਲੈਕਸ਼ਨ ਕਰਾਓ, ਚਲੋ ਦੁਬਾਰਾ ਇਲੈਕਸ਼ਨ ਕਰਾਓ, ਤੁਸੀਂ ਨਵੀਂ ਸਰਕਾਰ ਚੁਣੋ। ਇਹ ਸਰਕਾਰ ਕੰਮ ਨਹੀਂ ਕਰਦੀ ਹੋਈ, ਇਹ ਨਹੀਂ ਵੀ ਮੈਂ ਇੱਥੇ ਆਪਣਾ ਰਾਜ ਲਾਗੂ ਕਰਨਾ। ਅੱਛਾ, ਇਟ ਇਜ਼ ਓਨਲੀ ਵੈਨ ਦੀਜ਼ ਟੂ ਰੈਮਡੀਜ਼, ਪਹਿਲਾਂ ਵਾਰਨਿੰਗ, ਦੂਜਾ ਸਰਕਾਰ ਨੂੰ ਛੱਡ ਕੇ ਨਵੀਂ ਸਰਕਾਰ ਬਣਾ ਲਓ, ਜਦੋਂ ਦੋਨੋਂ ਨਹੀਂ ਹੁੰਦੀਆਂ ਫਿਰ ਤੁਸੀਂ ਲਾਗੂ ਕਰੋ। ਕਿੰਨੀ ਉਹ ਇਹਦੇ ਉੱਤੇ ਬੜੀ ਨਹੀਂ, ਇਹਦਾ ਮਤਲਬ ਤਾਂ ਇਹ ਸਮਝ ਆਇਆ ਨਾ, ਜੇ ਸਟੇਟ ਵਿੱਚ ਬਹੁਤ ਅਰਾਜਕਤਾ ਫੈਲੀ ਹੋਈ ਨਵਾਂ ਹੈ, ਇਲੈਕਸ਼ਨ ਕਰਾ ਦਿਓ। ਹਾਂ, ਫਿਰ ਉਹਦੇ ਉਸ ਸੰਦਰਭ ਵਿੱਚ ਇਹ ਗੱਲ ਕਹਿਣੀ ਚਾਹੀਦੀ ਹੈ। ਤੇ ਪਰ ਜਦੋਂ ਸਰਕਾਰ ਜਵਾਬ ਦਿੰਦੀ ਹੈ, ਮੁੱਖ ਮੰਤਰੀ ਜਵਾਬ ਦਿੰਦਾ ਹੈ, ਮੁੱਖ ਮੰਤਰੀ ਵੱਲੋਂ ਇਹ ਜਵਾਬ ਹੁੰਦਾ ਕਿ ਤੁਸੀਂ ਮਨੀਪੁਰ ਤੇ ਹਰਿਆਣਾ ਤੇ ਤਾਂ ਬੋਲਦੇ ਨਹੀਂ, ਉੱਥੇ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ, ਤੁਸੀਂ ਇੱਥੇ ਤਾਂ 1 ਮਿੰਟ 'ਚ ਕਹਤਾ। ਇਹਦਾ ਮਤਲਬ ਗਵਰਨਰ ਪਾਵਰ ਦਾ ਮਿਸਯੂਜ਼ ਕਰਦੇ ਪਏ ਜਾਂ ਗਵਰਨਰ ਸੰਵਿਧਾਨਕ ਤੌਰ ਤੇ ਸਹੀ ਕਰਦੇ ਪਏ? ਮੈਂ ਤਾਂ ਇਹ ਚੀਜ਼ ਸਮਝਣਾ ਚਾਹ ਰਿਹਾ। ਦੇਖੋ ਹੁਣ ਤੁਸੀਂ, ਆਪਾਂ ਹਜੇ ਗੱਲ ਕਰਦੇ ਸੀ ਪਹਿਲਾਂ ਜਨਰਲ ਥਿਊਰੀ ਉੱਤੇ, ਹੁਣ ਤੁਸੀਂ ਪ੍ਰੈਕਟੀਕਲ ਪੰਜਾਬ ਨੂੰ ਲੈ ਕੇ ਗੱਲ ਕਰ ਰਹੇ ਹੋ। ਉਹਦੇ ਉੱਤੇ ਅਸੀਂ ਦੋਨਾਂ ਦੇ ਵਿਚਾਰ ਲੈ ਲੈਂਦੇ ਆ, ਜਿਹੜੇ ਕਿ ਸਾਡੇ ਕੋਲ ਅਖਬਾਰਾਂ ਦੇ ਜ਼ਰੀਏ, ਸਾਡੇ ਕੋਲ ਉਹਨਾਂ ਦੇ ਲੈਟਰ ਦੇ ਜ਼ਰੀਏ ਆਏ ਨੇ। ਗਵਰਨਰ ਸਾਹਿਬ ਦਾ ਇਹ ਕਹਿਣਾ ਹੈ ਕਿ ਮੈਂ ਤੁਹਾਨੂੰ ਆਹ ਚੀਜ਼ਾਂ ਬਾਰੇ ਜਵਾਬ ਮੰਗੇ ਨੇ। ਚੀਫ ਮਿਨਿਸਟਰ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਜਵਾਬ ਤੁਹਾਨੂੰ ਦੇਵਾਂਗੇ, ਅਸੀਂ ਇਨਕਾਰ ਨਹੀਂ ਕਰਦੇ। ਗਵਰਨਰ ਸਾਹਿਬ ਦਾ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਜਿਹੜੀ ਡਰੱਗ ਹੈ, ਮੈਨੂੰ ਬੜੀਆਂ ਇਨਫੋਰਮੇਸ਼ਨਸ ਆਈਆਂ ਸਾਰੀਆਂ ਪਾਸੇ ਏਜੰਸੀਆਂ ਤੋਂ, ਇਹ ਡਰੱਗ ਕੈਮੀਕਲ ਜਿਹੜੇ ਕੈਮਿਸਟਰੀ ਦੀ ਦੁਕਾਨਾਂ ਤੇ ਸ਼ਰੇਆਮ ਵਿਕਦੀ ਪਈਆਂ, ਤੁਸੀਂ ਐਕਸ਼ਨ ਕਿਉਂ ਨਹੀਂ ਲੈ ਰਹੇ? ਉਹ ਕਹਿੰਦੇ ਅਸੀਂ ਲੈ ਰਹੇ ਹਾਂ, ਤੇ ਉਹ ਗਿਣਾ ਰਹੇ ਤੁਹਾਡੀ ਕਮੀਆਂ, ਉਹ ਆਪਣੀਆਂ ਗਿਣਾ ਰਹੇ ਨੇ ਸਫਲਤਾਵਾਂ। ਸੀਐਮ ਸਾਹਿਬ ਕਹਿੰਦੇ ਨੇ ਇਨਵੈਸਟਮੈਂਟ ਵਰਥ ਏ ਟੋਟਲ ਆਫ ਰੁਪੀਜ਼ 50,871 ਕਰੋੜ ਪੰਜਾਬ 'ਚ ਆ ਚੁੱਕੀ ਹੈ। ਉਹ ਕਹਿ ਰਹੇ ਨੇ ਐਜ਼ ਮੈਨੀ ਐਜ਼ 3,420 ਪ੍ਰੋਜੈਕਟ ਨਵੇਂ ਆ ਚੁੱਕੇ ਨੇ। ਉਹ ਕਹਿ ਰਹੇ ਨੇ ਟਾਟਾ ਸਟੀਲ, ਨਵ ਪਾਵਰ ਲਿਮਟਿਡ, ਨੈਸਲ, ਸੰਤਨਾ ਪੋਲੀਕਾਟ ਲਿਮਟਿਡ ਐਂਡ ਅਦਰਸ ਲੱਗ ਚੁੱਕੇ ਨੇ। ਕਹਿੰਦੇ ਕਿ ਇਸ ਕਰਕੇ ਸਾਡੇ ਇੱਥੇ ਲਾਅ ਐਂਡ ਆਰਡਰ ਦੀ ਤਾਂ ਸਮੱਸਿਆ ਹੀ ਨਹੀਂ, ਜੋ ਤੁਸੀਂ ਕਿਹਾ। ਉਹ ਕਹਿੰਦੇ ਕਿ ਲਾਅ ਐਂਡ ਆਰਡਰ ਦੀ ਸਮੱਸਿਆ ਤਾਂ ਮਨੀਪੁਰ 'ਚ ਹੈ, ਉਹ ਨੋਚੀ ਹੋਈ ਹੈ। ਉਹ ਆਪਣੀ ਦਲੀਲ ਅਪੀਲ ਦੇ ਰਹੇ ਨੇ। ਇਹਦੇ ਵਿੱਚ ਸਾਨੂੰ ਵੀ ਲੱਗ ਰਿਹਾ ਕਿ ਚੀਜ਼ਾਂ ਨੂੰ ਬਹੁਤ ਤਰੀਕੇ ਨਾਲ ਸਮਝ ਕੇ ਰੋਲ ਆਫ ਗਵਰਨਰ ਦਾ, ਰੋਲ ਆਫ ਮੁੱਖ ਮੰਤਰੀ ਦਾ, ਨਿਸ਼ਾਨਾ ਲੋਕਤੰਤਰ ਨੂੰ ਕਿਵੇਂ ਹੋਰ ਡੂੰਘਾ ਕਰਨਾ, ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਇਸ ਲੋਕਤੰਤਰ ਤੋਂ, ਜਿਹਦੀ ਖਾਤਰ ਸਾਡੇ ਰਹਿਬਰਾਂ ਨੇ, ਸ਼ਹੀਦਾਂ ਨੇ ਸ਼ਹੀਦੀਆਂ ਪਾਈਆਂ, ਲੋਕਾਂ ਨੂੰ ਉਹਦਾ ਫਾਇਦਾ ਹੋ ਸਕੇ, ਨਾ ਕਿ ਇਹਨਾਂ ਦੀ ਆਪਸ ਵਿੱਚ ਹੀ ਇੱਕ ਦੂਜੇ ਨਾਲ ਨੋਕ ਝੋਕ ਉੱਤੇ ਨੁਕਸਾਨ ਹੋਵੇ। ਚਲੋ ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ ਹੋਰ ਸਰ? ਬਿਲਕੁਲ, ਤੁਸੀਂ ਇੱਕ ਛੋਟਾ ਜਿਹਾ ਵਕਫਾ, ਵਕਤ ਤੋਂ ਵਾਪਸ ਆਵਾਂਗੇ। ਡਾਕਟਰ ਰੌਣਕੀ ਰਾਮ ਤੋਂ ਹੋਰ ਸਵਾਲ ਵੀ ਹੋਣਗੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਰੌਣਕੀ ਰਾਮ ਜੀ ਸਾਡੇ ਨਾਲ ਨੇ। ਪ੍ਰੋਫੈਸਰ ਰੌਣਕੀ ਰਾਮ, ਜਦੋਂ ਅਸੀਂ ਲੋਕ ਮੁੱਦਿਆਂ ਦੀ ਗੱਲ ਕਰਨੀ ਹੁੰਦੀ ਹੈ, ਲੋਕਾਂ ਦੀਆਂ ਮੁਸ਼ਕਲਾਂ ਨੂੰ ਐਡਰੈਸ ਕਰਨਾ ਹੁੰਦਾ, ਉਦੋਂ ਅਸੀਂ ਇਹ ਪੁੱਛਦੇ ਪਏ ਹਾਂ ਵੀ ਗਵਰਨਰ ਦੀ ਕੁਆਲੀਫਿਕੇਸ਼ਨ ਕੀ ਹੈ। ਹਾਂਜੀ, ਤੇ ਗਵਰਨਰ ਦੀ ਕੁਆਲੀਫਿਕੇਸ਼ਨ ਜਦੋਂ ਅਸੀਂ ਪੁੱਛਦੇ ਹਾਂ, ਲੋਕਾਂ ਵਿੱਚ ਤੱਕ ਚਰਚਾ ਛਿੜ ਜਾਂਦੀ ਹੈ ਕਿ ਕੁਆਲੀਫਿਕੇਸ਼ਨ ਇਹਦਾ ਮਤਲਬ ਸ਼ਾਇਦ ਨਾ ਪੂਰੀ ਕਰਦੇ ਹੋਣ, ਇਸ ਲਈ ਸਵਾਲ ਕੀਤਾ ਜਾ ਰਿਹਾ। ਤੁਹਾਨੂੰ ਕੀ ਲੱਗਦਾ ਇਹ ਵੀ ਪੋਲੀਟੀਕਲ ਸਕੋਰ ਲਈ ਸਵਾਲ ਹੈ? ਦੇਖੋ, ਇਹਦੇ ਬਾਰੇ ਸੰਵਿਧਾਨ 'ਚ ਬਹੁਤ ਕਲੀਅਰਲੀ ਆਰਟੀਕਲ ਮੈਂਸ਼ਨ ਕੀਤਾ ਹੋਇਆ 157 ਉਹਨਾਂ ਦੀ, 157 ਆਰਟੀਕਲ, ਕੁਆਲੀਫਿਕੇਸ਼ਨ ਫਾਰ ਦਾ ਅਪਾਇੰਟਮੈਂਟ ਐਜ਼ ਗਵਰਨਰ, ਬਿਲਕੁਲ ਸਾਫ਼ ਲਿਖਿਆ ਹੋਇਆ ਕੀ ਉਹਦੀਆਂ ਹੈਗੀਆਂ। ਵੈਸੇ ਤੇ ਤੁਹਾਨੂੰ ਵੈਸੇ ਸਾਰੀਆਂ ਮੈਂ ਹੌਲੀ ਹੌਲੀ ਗਿਣਾ ਸਕਦਾ ਹੈਗਾ, ਪਰ ਬੈਟਰ ਹੋਏਗਾ ਜੇ ਆਰਟੀਕਲ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ, ਸਾਡੇ ਦਰਸ਼ਕਾਂ ਨੂੰ ਬੜੀ ਕਲੈਰਿਟੀ ਹੋ ਜਾਏਗੀ। ਇਹ ਚੀਜ਼ਾਂ ਸਾਡੇ ਸੰਵਿਧਾਨ 'ਚ ਨੇ। ਇਹ ਮਤਲਬ ਅਸੀਂ ਜਿਸ ਤਰ੍ਹਾਂ ਸਮਝਦੇ ਹਾਂ ਕਿ ਸਾਨੂੰ ਸੰਵਿਧਾਨ ਵੀ, ਹਰ ਇੱਕ ਲੋਕਤੰਤਰ ਵਿੱਚ ਮਤਦਾਤਾ ਜਿਹੜਾ ਵੋਟ ਪਾਉਂਦਾ ਹੈ, ਉਹਨੂੰ ਸੰਵਿਧਾਨ ਇਕੱਲੇ ਨਹੀਂ ਵੀ ਜਿਹੜੇ ਪੋਲੀਟੀਕਲ ਸਾਇੰਸ ਦੀ BA MA PhD ਕਰਨੀ ਆ ਉਹ ਹੀ ਪੜ੍ਹੇ। ਇਹ ਤਾਂ ਲੋਕਤੰਤਰ ਦਾ ਕਾਇਦਾ ਹੈ। ਸਾਨੂੰ ਇਹਨੂੰ ਇਸ ਲੋਕਤੰਤਰ ਦੇ ਕਾਇਦੇ ਨੂੰ ਰਟਣਾ ਚਾਹੀਦਾ ਹੈ, ਤਾਂ ਕਿ ਅਸੀਂ ਸੋਚ ਸਕੀਏ ਵੀ ਕੀ ਚੀਜ਼ਾਂ ਨੇ। ਜਿਹੜੇ ਗਵਰਨਰ ਹੈ, ਨੋ ਪਰਸਨ ਸ਼ੈਲ ਬੀ ਐਲੀਜੀਬਲ, ਕੋਈ ਬੰਦਾ ਵੀ ਇਸ ਕੰਮ ਵਾਸਤੇ ਉਹ ਯੋਗ ਨਹੀਂ ਹੋਏਗਾ ਫॉर ਅਪਾਇੰਟਮੈਂਟ ਆਫ ਗਵਰਨਰ ਅਨਲੈਸ, ਜਦ ਤੱਕ ਉਹ ਜਿਹੜੀਆਂ ਹੈਗੀਆਂ ਇੰਡੀਆ ਦਾ ਸਿਟੀਜ਼ਨ ਨਾ ਹੋਵੇ ਤੇ ਕੰਪਲੀਟਡ ਦਾ ਏਜ ਆਫ 35। ਇਹ ਮੰਨਿਆ ਗਿਆ ਵੀ 35 ਸਾਲ ਦੀ ਘੱਟੋ ਘੱਟ ਉਮਰ ਚਾਹੀਦੀ ਆ ਨੌਕਰੀ ਵਾਸਤੇ, ਨਹੀਂ 35 ਸਾਲ ਦੀ ਉਮਰ ਚਾਹੀਦੀ, ਉੱਥੇ 21 ਸਾਲ ਦਾ ਬੰਦਾ ਲੱਗ ਜਾਂਦਾ ਹੈ, ਕਿਉਂਕਿ ਮੈਚੋਰਟੀ ਮੰਗੀ ਹੈ ਨਾ। ਮਤਲਬ ਕਿ ਬੰਦਾ ਮੈਚੋਰ ਚਾਹੀਦਾ, ਇਕੱਲਾ ਮੈਚੋਰ ਹੀ ਨਹੀਂ, ਉਹ ਗਵਰਨਰ ਹੈ ਨਾ, ਉਹ ਉਸ ਪਾਰਟੀ ਨਾਲ ਰਿਲੇਟਡ ਵਾ ਜਿਹਦੀ ਸਰਕਾਰ ਸਟੇਟ ਵਿੱਚ ਹੈ, ਨਾ KP ਸਿੰਘ ਜੀ ਉਸ ਸਰਕਾਰ ਨਾਲ ਰਿਲੇਟਡ ਹੈ ਜਿਹਦੀ ਪਾਰਟੀ ਨਾਲ, ਜਿਹਦੀ ਸਰਕਾਰ ਸੈਂਟਰ ਵਿੱਚ ਹੈ।
ये भी पढ़ेगा द गवर्नर शैल नॉट बी ए मेंबर ऑफ ईदर हाउस ऑफ पार्लियामेंट और द हाउस ऑफ लेजिस्लेचर और एनी स्टेट specified in the first schedule. And if a member they have either of the House of Parliament or a House of Legislature of any such state जिथे ਨੂੰ appoint ਹੋਣਾ ਹੈ on the date of which he enters upon the office of governor ਉਹਨਾਂ ਤੋਂ resign ਕਰਨਾ ਪਊਗਾ। ਦੂਜਾ ਗੱਲ ਗਵਰਨਰ shall not hold any other office of profit ਉਹਦੀ ਕੰਪਨੀ ਨਾ ਕੋਈ ਹੋਵੇ ਇਹ ਨਹੀਂ ਕਿ ਉਹਦੀ ਕਿਤੇ ਵੱਡੀ ਕੋਈ ਮਿਲ ਵੀ ਹੈਗੀ ਨਹੀਂ ਕਿਉਂਕਿ ਉਹ ਤਾਂ ਜਿੱਦਾਂ ਕੋ ਪਲੇਟੋ ਨੇ ਕਿਹਾ ਸੀਗਾ ਜਿਹੜਾ ਰਾਜਾ ਹੈਗਾ ਉਹਦਾ ਪਰਿਵਾਰ ਨਹੀਂ ਚਾਹੀਦਾ ਉਹਨੇ ਕਿਹਾ ਸੀ ਕਮਿਊਨਿਜ਼ਮ ਆਫ ਵਾਈਫਸ ਉਹ ਤਾਂ ਪਤਾ ਨਹੀਂ ਲੱਗੇ ਤੇ ਉਹਦੇ ਬੱਚੇ ਕਿਉਂਕਿ ਨਹੀਂ ਤਾਂ ਰਾਜ ਨਹੀਂ ਹੋਏਗਾ ਥਿਊਰੀ ਚ ਕਹਿੰਦਾ ਪਲੇਟੋ ਇਨ ਦਾ ਰਿਪਬਲਿਕ ਨਹੀਂ ਤੁਸੀਂ ਜਿਹੜਾ ਆਰਟੀਕਲ ਪੜ੍ਹ ਕੇ ਸੁਣਾ ਰਹੇ ਹੋ 157 ਉਹਦੇ ਵਿੱਚ ਤੁਸੀਂ ਕਲੀਅਰ ਕੱਟ ਲਿਖਿਆ ਕਿ ਜਿਹੜਾ 35 ਸਾਲ ਏਜ ਹੋਣੀ ਚਾਹੀਦੀ ਮਿਨੀਮਮ 35 ਸਾਲ ਏਜ ਹੋਣੀ ਚਾਹੀਦੀ ਕਿਸੇ ਪਾਰਟੀ ਨਾਲ ਸੰਬੰਧ ਨਾ ਹੋਵੇ ਕਿਸੇ ਪਾਰਟੀ ਨਾਲ ਸੰਬੰਧ ਨਾ ਹੋਵੇ ਇਹਨੂੰ ਮੈਂ ਸਰ ਕਿਵੇਂ ਸਮਝਾਂ ਸਰ ਉਹ ਤਾਂ ਸਿੱਧਾ ਉਹਨਾਂ ਤੇ ਐਲੀਗੇਸ਼ਨ ਲਾ ਰਹੇ ਆ ਕਿ ਬੀਜੇਪੀ ਦਾ ਏਜੰਡਾ ਪੂਰਦੇ ਪਏ ਹੈ ਉਹਦੇ 'ਚ ਉਹਨਾਂ ਨੇ ਇਹ ਲਿਖਿਆ ਕਿ ਉਹ ਕਿਸੇ ਹਾਊਸ ਦਾ ਮੈਂਬਰ ਨਹੀਂ ਹੈਗਾ ਜੇ ਹਾਊਸ ਦਾ ਮੈਂਬਰ ਹੈਗਾ ਉਹਦਾ ਇੰਪਲਾਈਡ ਹੈ ਕਿ ਕਿਸੇ ਪਾਰਟੀ ਤੇ ਹੋਏਗਾ ਨਾ ਫਿਰ ਰਿਜ਼ਾਈਨ ਕਰੇਗਾ ਇਹਦਾ ਮਤਲਬ ਆਪਣੀ ਐਫੀਲੀਏਸ਼ਨ ਤੋਂ ਵੀ ਪਰੇ ਹੋਏਗਾ ਉਹਨੇ ਲਿਖਿਆ ਹੈਗਾ ਮੈਂਬਰ ਆਫ ਈਦਰ ਹਾਊਸ ਆਫ ਪਾਰਲੀਮੈਂਟ ਜੇ ਹਾਊਸ ਆਫ ਪਾਰਲੀਮੈਂਟ ਹੈਗਾ ਜੇ ਤਾਂ ਇੰਡੀਪੈਂਡੈਂਟ ਹੈਗਾ ਐਜ ਇੰਡੀਪੈਂਡੈਂਟ ਚੁਣਿਆ ਹੋਇਆ ਫਿਰ ਤਾਂ ਗੱਲ ਮੁੱਕ ਗਈ ਨਹੀਂ ਗਵਰਨਰ ਇੰਡੀਪੈਂਡੈਂਟ ਹੁੰਦੇ ਵੈਸੇ ਦੇਖੋ ਗੱਲ ਇਹ ਹੈ ਕਿ ਜਿਹੜਾ ਸਾਡਾ ਤਜਰਬਾ ਹੋਇਆ ਸਾਡੇ ਕੋਲ ਮੈਂ ਇੱਕ ਚੀਜ਼ ਮੈਂ ਸਰ ਐਗਜ਼ਾਮਪਲ ਲੈ ਕੇ ਤੁਹਾਨੂੰ ਸਮਝ ਚਾਹੁੰਦਾ ਜੇ ਗਵਰਨਰ ਇੰਡੀਪੈਂਡੈਂਟ ਹੁੰਦੇ ਆ ਤਾਂ ਫਿਰ ਇੰਨੀ ਵਾਰੀ ਆਰਟੀਕਲ 356 ਦਾ ਜ਼ਿਕਰ ਕਿਵੇਂ ਹੋ ਗਿਆ ਇੰਨੇ ਹਾਲਾਤ ਮਾੜੇ ਸੀ ਸਾਡੇ ਮੁਲਕ ਦੇ ਵਿੱਚ ਪਾਰਲੀਮੈਂਟ ਵਿੱਚ ਅੱਜ ਤੱਕ ਡਿਬੇਟ ਚੱਲਦੀ ਪਈ ਹੈ ਕਿ ਕਾਂਗਰਸ ਨੇ ਆਰਟੀਕਲ 356 ਦਾ ਸਭ ਤੋਂ ਜ਼ਿਆਦਾ ਮਿਸਯੂਜ਼ ਕੀਤਾ ਤੇ ਜਦੋਂ ਇਹ ਸਵਾਲ ਉੱਠਦਾ ਫਿਰ ਜਿਹੜਾ ਤੁਸੀਂ ਆਰਟੀਕਲ ਪੜ੍ਹ ਕੇ ਸੁਣਾ ਰਹੇ ਹੋ ਤੇ ਗਵਰਨਰ ਕਿਹਦੇ ਕਹਿਣ ਤੇ ਫੈਸਲੇ ਕਰਦਾ ਰਹੇ ਮੈਂ ਤੁਹਾਨੂੰ ਇਹਦੇ ਬਾਰੇ ਬਿਲਕੁਲ ਵਿਦਆਊਟ ਐਨੀ ਸ਼ੱਕਬਾ ਕਿਸ ਤਰ੍ਹਾਂ ਦੀ ਸ਼ੰਕਾ ਉਹ ਦੱਸਾਂਗਾ ਕਿ ਭਾਰਤ ਵਿੱਚ 90 ਵਾਰੀ ਹੋ ਸਕਦਾ ਡਾਟਾ ਥੋੜ੍ਹਾ ਜਿਹਾ ਓਲਡ ਹੋਵੇ ਉਹ 90 ਵਾਰੀ ਇਹ ਜਿਹੜਾ ਆਰਟੀਕਲ ਹੈ ਇਹ ਲਾਗੂ ਕੀਤਾ ਜਾ ਚੁੱਕਾ 90 ਵਾਰੀ ਔਰ 1966 ਤੋਂ 1977 ਤੱਕ ਇੰਦਰਾ ਗਾਂਧੀ ਦੇ ਸਮੇਂ ਦੇ ਦੌਰਾਨ ਇਹ ਜਿਹੜਾ ਹੈਗਾ 39 ਵਾਰੀ ਡਿਫਰੈਂਟ ਸਟੇਟਾਂ 'ਚ ਲਾਗੂ ਕੀਤਾ ਜਾ ਚੁੱਕਾ 9 ਸਟੇਟਾਂ ਦੇ ਵਿੱਚ ਜਨਤਾ ਪਾਰਟੀ ਦੇ ਵੇਲੇ ਲਾਗੂ ਕੀਤਾ ਜਾ ਚੁੱਕਾ ਹੈਗਾ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਸੀਗੀ 66 ਤੋਂ 77 ਤੱਕ ਜਿਹੜੀਆਂ ਪਾਰਟੀਆਂ ਸਟੇਟਾਂ ਵਿੱਚ ਵਿਦਆਊਟ ਐਫੀਲੀਏਸ਼ਨ ਉਸ ਪਾਰਟੀ ਨੇ ਸੀਗੀਆਂ ਗਵਰਨਰ ਸਾਹਿਬ ਦੀ ਸਲਾਹ ਉੱਤੇ ਭੰਗ ਕੀਤੀ ਗਈਆਂ ਇਹਦਾ ਮਤਲਬ ਹੈ ਕਿ ਗਵਰਨਰ ਜਿਹੜੇ ਨੇ ਉਹਨਾਂ ਨੇ ਰੋਲ ਉਹ ਅਦਾ ਕੀਤਾ ਇਸ ਕਰਕੇ ਜਿਹੜੀ ਸੰਵਿਧਾਨ ਦੀ ਸਪਿਰਿਟ ਹੈ ਉਹ ਬਹੁਤ ਇੰਪੋਰਟੈਂਟ ਹੈ ਲੈਟਰ ਵੀ ਇੰਪੋਰਟੈਂਟ ਹੈ ਇਹ ਜਿਹੜੀ ਪੋਸਟ ਹੈਗੀ ਆ ਇਹ ਕਿਸੇ ਨੂੰ ਜਸਟ ਤੁਸੀਂ ਉਹਨੂੰ ਆਨਰ ਨਹੀਂ ਕਰਨਾ ਇਹਦੇ ਦਾ ਕਿਉਂਕਿ ਇਸ ਕਰਕੇ ਜਿਹੜਾ ਗਵਰਨਰ ਦਾ ਰੋਲ ਹੈ ਉਹ ਬੜਾ ਇੰਪੋਰਟੈਂਟ ਹੋ ਜਾਂਦਾ ਕਿ ਉਹ ਨਾਨ ਪਾਰਟੀਜਨ ਹੋਵੇ ਤਾਂ ਕਿ ਸੂਬੇ ਨੂੰ ਲੱਗੇ ਕਿ ਅਸੀਂ ਸਾਡੇ ਬੈਠੇ ਨੇ ਉੱਥੇ ਗਵਰਨਰ ਸਾਹਿਬ ਅਸੀਂ ਜਾ ਕੇ ਉਹਨਾਂ ਨੂੰ ਆਪਣੀ ਰਾਜ ਬਾਰੇ ਦੱਸਣਾ ਤੇ ਸਲਾਹ ਲੈਣੀ ਹੈ ਜੇ ਸੂਬੇ ਦੀ ਸਰਕਾਰ ਨੂੰ ਇਹ ਲੱਗੇ ਕਿ ਗਵਰਨਰ ਜਿਵੇਂ ਕਿ ਪ੍ਰੈਜ਼ੈਂਟਲੀ ਮਲਵਿੰਦਰ ਸਿੰਘ ਕਾਂਗ ਨੇ ਕਿਹਾ ਅਖਬਾਰ ਵਿੱਚ ਆਇਆ ਹੈਗਾ ਕਿ ਇਹ ਗਵਰਨਰ ਸਾਹਿਬ ਜਿਹੜੇ ਨੇ ਉਹ ਐਜ ਏ ਸਪੋਕਸ ਪਰਸਨ ਕਿਉਂਕਿ ਮਲਵਿੰਦਰ ਸਿੰਘ ਕਾਂਗ ਤਾਂ ਆਮ ਆਦਮੀ ਪਾਰਟੀ ਦੇ ਸਪੋਕਸ ਪਰਸਨ ਨੇ ਸਾਡੀ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਉਹ ਕਹਿੰਦੇ ਨੇ ਕਿ ਇਹ ਸਪੋਕਸ ਪਰਸਨ ਜਿਹੜੇ ਨੇ ਜਿਹੜੀ ਮੌਕੇ ਦੀ ਸਰਕਾਰ ਹੈ ਉਹਦਾ ਪੱਖ ਪੂਰਦੇ ਨੇ ਜਦੋਂ ਇਹ ਗੱਲ ਉਹਨਾਂ ਦਾ ਸਪੋਕਸ ਪਰਸਨ ਆਮ ਆਦਮੀ ਪਾਰਟੀ ਦਾ ਕਹਿ ਸਕਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੱਥੇ ਕਿਵੇਂ ਵਿਸ਼ਵਾਸ ਬਣੇ ਰਹੇਗਾ ਦਿਸ ਇਜ਼ ਦਾ ਤਰਾਸਦੀ ਆਫ ਦੈਟ ਨਹੀਂ ਗਵਰਨਰ ਸਾਹਿਬ ਬਹੁਤ ਪੜ੍ਹੇ ਲਿਖੇ ਹੈ ਬੜੇ ਇੰਟੈਲੀਜੈਂਟ ਹੈ ਤੇ ਗਵਰਨਰ ਸਾਹਿਬ ਜਦੋਂ ਇਹ ਚਿੱਠੀਆਂ ਭੇਜਦੇ ਪਏ ਆ ਉਹ ਚਿੱਠੀਆਂ ਕੋਈ ਸੋਚ ਸਮਝ ਕੇ ਭੇਜਦੇ ਹੋਣੇ ਉਹ ਉਸ ਸੰਵਿਧਾਨ ਦੀ ਪਾਲਣਾ ਕਰ ਰਹੇ ਆ ਜੋ ਚਿੱਠੀ ਭੇਜ ਰਹੇ ਆ ਦੇਖੋ ਸੰਵਿਧਾਨ ਦੇ ਵਿੱਚ ਇਹ ਹੈ ਕਿ ਗਵਰਨਰ ਸਾਹਿਬ ਸੀਕ ਦਾ ਇਨਫੋਰਮੇਸ਼ਨ ਉਹਦੇ 'ਚ ਤਾਂ ਕੋਈ ਨਹੀਂ ਹੈਗਾ ਨਾ ਉਹਨਾਂ ਨੇ ਵੀ ਕਿਹਾ ਕਿ ਗਵਰਨਰ ਸਾਹਿਬ ਵੀ ਕਹਿ ਰਹੇ ਆ ਕਿ ਮੈਂ ਇਹਨਾਂ ਨੂੰ ਟਾਈਮ ਦਿੰਦਾ ਹੈਗਾ ਮੈਨੂੰ ਇਨਫੋਰਮੇਸ਼ਨ ਦੇਣ ਉਹ ਲਿਖਿਆ ਲੈਟਰ ਵਿੱਚ ਤੁਸੀਂ ਤੁਹਾਡੇ ਕੋਲ ਲੈਟਰ ਹੈਗੀ ਆ ਆਈ ਗਿਵ ਦਮ ਟਾਈਮ ਜੇ ਨਹੀਂ ਦੋਗੇ ਫਿਰ ਮੈਂ ਪ੍ਰੈਜ਼ੀਡੈਂਟ ਨਹੀਂ ਸਰ ਸੰਵਿਧਾਨ 'ਚ ਕਿੱਥੇ ਲਿਖਿਆ ਨਾ ਵੀ ਕਿੰਨੇ ਟਾਈਮ ਦੇ ਵਿੱਚ ਤੁਹਾਨੂੰ ਜਵਾਬ ਦੇਣਾ ਚਾਹੀਦਾ ਜੇ ਸੰਵਿਧਾਨ ਵਿੱਚ ਇਹ ਲਿਖਿਆ ਵੀ ਕਿੰਨੇ ਟਾਈਮ ਵਿੱਚ ਜਵਾਬ ਦੇਣਾ ਚਾਹੀਦਾ ਫਿਰ ਇਹ ਸਵਾਲ ਵੀ ਕੀਤਾ ਜਾਣਾ ਚਾਹੀਦਾ ਕਿ ਕਿੰਨੇ ਟਾਈਮ ਵਿੱਚ ਤੁਸੀਂ ਜਿਹੜੇ ਪੈਂਡਿੰਗ ਬਿੱਲ ਆ ਉਹ ਨਿਬੇੜੋ ਹਾਂ ਬਿਲਕੁਲ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ ਤੁਸੀਂ ਬਿਲਕੁਲ ਸਹੀ ਫਰਮਾਇਆ ਹੈਗਾ ਕਿ ਉਹਦੇ 'ਚ ਕੋਈ ਟਾਈਮ ਬਾਉਂਡ ਨਹੀਂ ਹੈਗਾ ਇੱਕ ਕਾਰਗੁਜ਼ਾਰੀ ਹੁੰਦੀ ਹੈ ਕਿ ਅਸੀਂ ਆਹ ਇਨਫੋਰਮੇਸ਼ਨ ਦੇਣੀ ਹੈ ਦੂਜਾ ਤੁਸੀਂ ਇਨਫੋਰਮੇਸ਼ਨ ਮੰਗੀ ਆ ਉਹਦੇ ਇਨਫੋਰਮੇਸ਼ਨ ਜਿਹੜੀ ਆ ਤੁਹਾਡੇ ਮਨਸਾ ਕੀ ਹੈਗੀ ਆ ਤੁਸੀਂ ਕਿਵੇਂ ਆਰ ਯੂ ਫੈਸਿਲੀਟੇਟਿੰਗ ਕਿਵੇਂ ਚੱਲ ਰਿਹਾ ਕਿਉਂਕਿ ਤੁਸੀਂ ਇਹ ਕਹਿੰਦੇ ਹੋ ਕਿ ਜੀ ਅਸੀਂ ਬੜੀ ਮੁਸ਼ਕਲ ਨਾਲ ਭਗਵੰਤ ਮਾਨ ਜੀ
ਮਾਨਯੋਗ ਮੁੱਖ ਮੰਤਰੀ ਕਹਿੰਦੇ ਨੇ ਅਸੀਂ ਬੜਾ ਸਮਝ ਸੋਚ ਕੇ ਬਾਈ ਚਾਂਸਲਰ ਲਗਾਉਣਾ ਸੀ, ਗਵਰਨਰ ਸਾਹਿਬ ਨੇ ਉਹਨਾਂ ਨੂੰ ਸਾਨੂੰ ਮਨਜ਼ੂਰੀ ਨਹੀਂ ਦਿੱਤੀ ਕਿ ਅਸੀਂ ਉਹਨਾਂ ਨੂੰ ਕਿਹਾ ਸੀ, ਰਿਕੁਐਸਟ ਕੀਤੀ ਸੀਗੀ ਅਸੀਂ। ਫਿਰ ਉਹ ਕਹਿੰਦਾ ਕਿ ਉਹ ਕਹਿੰਦੇ ਨੇ ਕਿ ਇਹ ਜਿਹੜੇ ਕਾਲਜਸ ਨੇ ਹਰਿਆਣੇ ਦੇ ਲੈ ਲਓ, ਕਹਿੰਦੇ ਕਿ ਮੈਂ ਉਹਨਾਂ ਨੂੰ ਇਹ ਵਿਚਾਰ ਦੇ ਰਹੀ ਹਾਂ, ਉਹਨਾਂ ਨੇ ਮੀਟਿੰਗਾਂ ਕੀਤੀ ਸੀ, ਗਏ ਹੈਗੇ ਆ। ਉਹ ਜਿਹੜੇ ਖਦਸ਼ੇ ਦੱਸ ਰਹੇ ਆ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਬਲਵਿੰਦਰ ਕੰਗ ਜਿੱਦਣ ਅੱਜ ਦੇ ਅਖਬਾਰ 'ਚ ਆਇਆ ਉਹ ਕਹਿ ਰਹੇ ਕਿ ਸਾਨੂੰ ਲੱਗਦਾ ਕਿ ਇਹ ਤੇ ਪੋਲੀਟੀਕਲੀ ਮੋਟੀਵੇਟਡ ਬਿੱਲਾਂ ਨੇ। ਤੋ ਨਾਓ ਦ ਥਿੰਗ ਇਜ਼ ਦੈਟ ਇਫ ਦ ਥਿੰਗਸ ਕਮ ਟੂ ਸੱਚ ਅ ਪੌਜ਼, what to do, how to find a solution to that, ਕਿਉਂਕਿ ਅਲਟੀਮੇਟਲੀ ਸਾਡਾ ਪਰਪਸ ਜਿਹੜਾ ਹੈਗਾ ਸਿਰਫ ਅਤੇ ਸਿਰਫ ਇਕੱਲੀਆਂ ਡਿਊਟੀਆਂ ਨਿਭਾਉਣਾ ਨਹੀਂ ਹੈਗਾ। ਡਿਊਟੀਆਂ ਦੇ ਰਾਹੀਂ ਅਸੀਂ ਸਾਡੀ ਕਾਰਗੁਜ਼ਾਰੀ ਨਾਲ ਜਿਸ ਪਰਪਸ ਲਈ ਸੰਵਿਧਾਨ ਨੇ ਸਾਨੂੰ ਇਹ ਅਹੁਦੇ ਦਿੱਤੇ ਨੇ ਕਿ ਤੁਸੀਂ ਲੋਕਾਂ ਦੀ ਲਿਬਰਟੀ, ਇਕੁਐਲਿਟੀ, ਸੋਸ਼ਲ ਜਸਟਿਸ ਇਹਦੇ ਨਾਲ ਸਟਰੈਂਥਨ ਹੋ ਰਿਹਾ। ਜੇ ਉਹ ਨਹੀਂ ਹੁੰਦਾ ਤਾਂ ਫਿਰ KP ਸਿੰਘ ਜੀ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੋਲਿਟਿਕਸ ਜਿਹੜਾ ਹੈਗਾ ਉਹ ਹਾਵੀ ਹੋ ਰਿਹਾ। ਪੋਲਿਟਿਕਸ ਫਾਰ ਦਾ ਬੈਨੀਫਿਟ ਆਫ ਪੀਪਲ ਤਾਂ ਬੜਾ ਚੰਗਾ ਹੈ, ਪਰ ਪੋਲਿਟਿਕਸ ਫਾਰ ਪਾਰਟੀਜ਼ਨਸ ਫਿਰ ਨੁਕਸਾਨ ਹੁੰਦਾ ਹੈ। ਤੁਹਾਨੂੰ ਕਿਤੇ ਲੱਗਦਾ ਵੀ ਗਵਰਨਰ ਸਾਹਿਬ ਦਖਲਅੰਦਾਜ਼ੀ ਕਰਦੇ ਪਏ? ਦੇਖੋ ਇਹਦੇ ਵਿੱਚ ਗਵਰਨਰ ਸਾਹਿਬ ਨੂੰ ਜੇ ਐਜ ਏ ਪੋਲੀਟੀਕਲ ਐਨਾਲਿਸਟ ਕਿਤੇ ਨਾ ਕਿਤੇ ਗਵਰਨਰ ਸਾਹਿਬ ਔਰ ਮੁੱਖ ਮੰਤਰੀ ਦੀ ਇੱਕ ਦੂਜੇ ਦੇ ਪ੍ਰਤੀ ਜਿਹੜੀ ਵਿਸ਼ਵਾਸ ਪਾਤਰਤਾ ਹੈ ਉਹਦੇ 'ਚ ਬਹੁਤ ਖਰੋਟ ਹੈਗੀ ਹੈ। ਮੈਂ ਇੱਕ ਚੀਜ਼ ਹੋਰ ਸਮਝ ਚਾਹੁੰਦਾ, ਮੈਂ ਜਦੋਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਸੀਗਾ, ਮੈਂ ਬਹੁਤ ਮਹੀਨੇ ਪਹਿਲਾਂ ਵੀ ਸੋਚਿਆ, ਮੈਂ ਪੰਜਾਬ ਦੇ ਮਸਲਿਆਂ 'ਤੇ ਗੱਲ ਕਰਨਾ ਚਾਹੁੰਦਾ ਸੀਗਾ, ਪੰਜਾਬ ਦੇ ਪਾਣੀ 'ਤੇ ਗੱਲ ਕਰਨਾ ਚਾਹੁੰਦਾ ਸੀਗਾ, ਪੰਜਾਬ ਦੇ ਵਿੱਚ ਅਲਟਰਨੇਟਿਵ ਪੋਲਿਟਿਕਸ 'ਤੇ ਗੱਲ ਕਰਨਾ ਚਾਹੁੰਦਾ ਸੀਗਾ, ਪਰ ਅਸੀਂ ਆਰਟੀਕਲ 356 ਦਾ ਜ਼ਿਕਰ ਕਰ ਰਹੇ ਹਾਂ ਸਰ। ਉਹਦੇ ਲਈ ਅਸੀਂ ਅੱਧਾ ਘੰਟਾ 40 ਮਿੰਟ ਕੱਢ ਰਹੇ ਹਾਂ। ਇਹੀ ਪੰਜਾਬ ਦੇ ਲੋਕ ਸਵਾਲ ਕਰਦੇ ਪਏ, ਕਹਿੰਦੇ ਤੁਸੀਂ ਸਾਨੂੰ ਪੜ੍ਹਾ ਰਹੇ ਹੋ। ਮੈਨੂੰ ਵੀ ਲੱਗਦਾ ਮੈਂ ਸਟੂਡੈਂਟ ਬਣ ਕੇ ਤੁਹਾਡੇ ਕੋਲ ਬੈਠਾ, ਮੈਂ ਸੁਣੀ ਜਾਂਦਾ ਜੀ ਆਰਟੀਕਲ 356 ਕੀ ਹੁੰਦਾ ਜੀ, ਆਰਟੀਕਲ 167 ਕੀ ਹੁੰਦਾ ਜੀ, 157 ਕੀ ਹੁੰਦਾ ਜੀ। ਮੈਂ ਤਾਂ ਇਹ ਸਮਝੀ ਜਾਂਦਾ 167 ਤੇ 174 ਤੱਕ ਮੈਨੂੰ ਸਾਰਾ ਦੁਬਾਰਾ ਪੜ੍ਹਨਾ ਪੈ ਰਿਹਾ। ਇਹਦਾ ਮਤਲਬ ਹੈ ਕਿ ਅਸੀਂ ਹਜੇ ਆਪਣੀ ਹਾਇਰ ਗੋਲ ਵਾਸਤੇ ਬਹੁਤ ਪਿੱਛੇ ਹਾਂ, ਅਸੀਂ ਪਿੱਛੇ ਨਿਕਲੇ ਹੋਏ ਹਾਂ। ਇਹ ਸ਼ੋਅ ਹੁੰਦਾ ਹੋ ਰਿਹਾ ਹੈ ਕਿ ਸਾਨੂੰ ਇਹ ਚੀਜ਼ਾਂ 'ਤੇ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਨੂੰ ਰਿਮਾਈਂਡ ਕਰਵਾ ਰਹੇ ਹਾਂ, ਜਦਕਿ ਇਹ ਚੀਜ਼ਾਂ ਆਮ ਤੌਰ ਦੇ ਉੱਤੇ ਸੈਟਲ ਹੋ ਜਾਣੀਆਂ ਚਾਹੀਦੀਆਂ ਸੀਗੀਆਂ, ਇਹਨਾਂ ਬਾਰੇ ਕੋਈ ਡਾਊਟ ਹੋਣੀ ਚਾਹੀਦੀ ਨਹੀਂ ਸੀਗੀ। ਫਿਰ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਸੰਵਿਧਾਨ ਵਾਸਤੇ ਕਸਮ ਖਾਂਦੇ ਹਾਂ ਫਿਰ ਸੰਵਿਧਾਨ ਲੈ ਕੇ। ਗਵਰਨਰ ਸਾਹਿਬ ਵੀ ਜਦੋਂ ਗਵਰਨਰ ਬਣਦੇ ਨੇ ਉਹ ਚੀਫ ਜਸਟਿਸ ਆਫ ਦ ਹਾਈ ਕੋਰਟ ਹੈ, ਉਹਨੂੰ ਭਾਲ ਕੇ ਜਾਂ ਉਹਦੀ ਗੈਜ਼ਟ 'ਚ ਸੀਨੀਅਰ ਜੱਜ ਦੀ ਪ੍ਰੈਜ਼ੈਂਸ 'ਚ। ਚਲੋ ਮੈਂ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਇਸੇ ਸਵਾਲ ਤੇ ਆਉਂਗਾ। ਦੋਨਾਂ ਨੇ ਸੂਹਾਂ ਚੁੱਕੀਆਂ, ਕਿਸੂਆਂ ਦਾ ਮਾਣ ਰੱਖਦੇ ਪਏ, ਵਾਪਸ ਆ ਰਹੇ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਰੌਣਕੀ ਰਾਮ, ਅਸੀਂ ਆਖਰੀ ਹਿੱਸੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਦੋਨੋਂ ਸਹੁੰ ਚੁੱਕਦੇ ਆ, ਤੇ ਸਹੁੰ ਜਿਹੜੀ ਚੁੱਕਦੇ ਆ ਉਹ ਸਹੁੰ ਦਾ ਮਾਣ ਰੱਖਦੇ ਪਏ। ਦੇਖੋ ਬਿਲਕੁਲ ਜਿਹੜੀ ਸਹੁੰ ਚੁੱਕੀ ਜਾਂਦੀ ਹੈ ਉਸ ਪਦਵੀ ਲੈਣ ਵਾਸਤੇ ਉਹਦਾ ਮਾਣ ਰੱਖਣਾ ਬਣਦਾ ਹੈ। ਦਿਸ ਇਜ਼ ਦਾ ਮੋਰਲ ਇੰਪੈਰੇਟਿਵ। ਇਹ ਕੋਈ ਸਾਡੀ ਡਿਊਟੀ ਹੈ। ਤਾਂ ਲੇਕਿਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਜਦੋਂ ਲੱਗ ਰਿਹਾ ਕਿ ਗਵਰਨਰ ਸਾਹਿਬ ਕਹਿੰਦੇ ਨੇ ਕਿ ਮੇਰੇ ਪਾਸ ਇਨਫੋਰਮੇਸ਼ਨ ਨਹੀਂ ਪਹੁੰਚ ਰਹੀ, ਉਹ ਕਿਉਂ ਨਹੀਂ ਪਹੁੰਚ ਰਹੀ, ਉਹਦੇ ਕਈ ਇੱਕ ABCD ਕੀ ਕਾਰਨ ਹੋ ਸਕਦੀ ਨਾ। ਗਵਰਨਰ ਸਾਹਿਬ ਜਦੋਂ ਕਹਿ ਰਹੇ ਨੇ ਤੁਸੀਂ ਮੈਨੂੰ ਆਹ ਚੀਜ਼ਾਂ ਦਿਓ ਨਹੀਂ ਤਾਂ ਮੈਂ ਤੁਹਾਡੇ 'ਤੇ ਐਕਸ਼ਨ ਲਵਾਂਗਾ, ਉਹਦੇ ਕਈ ਕਾਰਨ ਹੋ ਸਕਦੇ ਆ। ਦੈਟ ਮੀਨਸ ਜਿਹੜੀ ਸਹੁੰ ਚੁੱਕੀ ਹੋਈ ਆ ਇੱਕ ਅੱਛੇ ਤਰੀਕੇ ਦੇ ਨਾਲ ਆਪਣੇ ਕੰਮ ਦੇ ਪ੍ਰਤੀ ਸੁਹਿਰਦਤਾ ਦੇ ਨਾਲ ਹੋਣਾ। ਉਹਦਾ ਮਤਲਬ ਇਹ ਹੈ ਕਿ ਜੇ ਦੋਨਾਂ ਦੇ ਵਿੱਚ ਕਿਤੇ ਨੋਕ ਝੋਕ ਹੋ ਰਹੀ ਆ ਤੇ ਸਹੁੰ ਤਾਂ ਚੱਕੀ ਹੋਈ ਆ, ਲੇਕਿਨ ਇਹ ਜੇ ਪ੍ਰੋਪਰ ਤਰੀਕੇ ਨਾਲ ਚੱਲਿਆ ਹੁੰਦਾ ਇਹ ਨੋਕ ਝੋਕ ਚਾਹੀਦੀ ਨਹੀਂ ਸੀ। ਤੁਸੀਂ ਮੰਨਦੇ ਇਸ ਗੱਲ ਨਾਲ ਸਹਿਮਤ ਹੋ? ਜੇ ਸਹੁੰ ਚੁੱਕੀ ਹੈਗੀ ਸਭ ਕੁਝ ਠੀਕ ਹੈ ਤੇ ਇੱਕ ਡਿਫਿਕਲਟੀ ਹੋਣੀ ਚਾਹੀਦੀ ਨਹੀਂ ਕਿ ਅਸੀਂ ਸਹੁੰ ਚੁੱਕੀ ਆ ਕਿ ਅਸੀਂ ਆਪਣੀ ਹਾਜ਼ਰਤਾ 'ਚ ਮੰਨ ਕੇ ਸੰਵਿਧਾਨ ਨੂੰ ਅਸੀਂ ਪੂਰੀ ਤਰ੍ਹਾਂ ਪ੍ਰੈਜ਼ੈਂਸ ਆਫ ਮਾਈਂਡ ਦੇ ਨਾਲ ਅਸੀਂ ਸਾਰਾ ਕੰਮ ਠੀਕ ਕਰਾਂਗੇ। ਤੁਹਾਨੂੰ ਈਗੋ ਪ੍ਰੋਬਲਮ ਲੱਗਦੀ ਹੈ? ਈਗੋ ਪ੍ਰੋਬਲਮ ਕਿਤੇ ਹੈ, ਕਿਤੇ ਈਗੋ ਪ੍ਰੋਬਲਮ ਲੱਗ ਰਹੀ ਹੈ, ਕਿਤੇ ਲੱਗ ਰਹੀ ਹੈ। ਨਹੀਂ, ਜਦੋਂ ਮੁੱਖ ਮੰਤਰੀ ਇਹ ਗੱਲ ਕਹਿਣ ਕਿ ਅਸੀਂ ਸਾਡੀ ਧੌਣ ਸਿੱਧੀ ਹੈ ਤੇ ਅਸੀਂ ਝੁੱਕ ਕੇ ਨਹੀਂ ਕੰਮ ਕਰਦੇ, ਅਸੀਂ ਉਹਦਾ ਮੁੱਲ ਤਾਰਦੇ ਪਏ ਹਾਂ, ਤੁਸੀਂ ਇਹ ਸਟੇਟਮੈਂਟ ਨਾਲ ਇਤਫਾਕ ਰੱਖਦੇ? ਦੇਖੋ ਇੱਦਾਂ ਹੈਗੀ ਆ ਕਿ ਇਹ ਇੱਕ ਵੱਖਰੀ ਸਾਡੀ ਲੋਕਤੰਤਰ ਦੀ ਧਾਰਾ ਹੈਗੀ ਆ। ਤੁਸੀਂ ਇਲੈਕਸ਼ਨ ਲੜਿਆ, ਲੋਕਾਂ ਨੇ ਤੁਹਾਡਾ 'ਚ ਬਹੁਤ ਤੁਹਾਨੂੰ ਮਾਣ ਬਖਸ਼ਿਆ। ਉਹਨਾਂ ਨੇ 192 ਹੈ ਨਾ 92 117 ਸੀਟਾਂ 92 ਸੀਟਾਂ ਜਿਹੜੀਆਂ ਹੈਗੀਆਂ ਉਹ ਦਿੱਤੀਆਂ, 117 ਸੌਰੀ 92 ਸੀਟਾਂ ਦਿੱਤੀਆਂ। ਉਹਦੇ ਨਾਲ ਸਾਡੀ ਹੋਰ ਰਿਸਪੌਂਸਿਬਿਲਿਟੀ ਵੱਧ ਜਾਂਦੀ ਹੈ। ਠੀਕ ਹੈ, ਹੁਣ ਗਵਰਨਰ ਸਾਹਿਬ ਇੱਥੇ ਬੈਠੇ ਨੇ, ਉਹਨਾਂ ਦੀ ਰਿਸਪੌਂਸਿਬਿਲਿਟੀ ਹੋਰ ਵੱਧ ਜਾਂਦੀ ਹੈ। ਇਹ ਸਰਕਾਰ ਹੈ ਜਿਨ੍ਹਾਂ ਨੂੰ 117 ਚੋਂ 92 ਸੀਟਾਂ ਨੇ ਲੋਕਾਂ ਨੇ ਜਿਤਾਇਆ, ਉਹਨਾਂ ਦੇ ਪ੍ਰਤੀ ਹੋਰ ਸੁਹਿਰਦਤ ਹੋ ਜਾਂਦੀ ਹੈ ਕਿਉਂਕਿ ਇਹ ਸ਼ਕਤੀ ਲੋਕਾਂ ਦੀ ਹੈ। ਗਵਰਨਰ ਸਾਹਿਬ ਦਾ ਆਪਣੀ ਜਿਹੜੀ ਆ ਡਿਊਟੀਜ਼ ਭੁਗਤਾਉਣਾ, ਮੁੱਖ ਮੰਤਰੀ ਦੀ ਆਪਣੀਆਂ ਡਿਊਟੀਆਂ ਨੂੰ ਚੰਗੀ ਤਰ੍ਹਾਂ ਭੁਗਤਾਉਣਾ ਹੋਰ ਜ਼ਰੂਰੀ ਹੋ ਜਾਂਦਾ ਜਦੋਂ ਐਡੀ ਵੱਡੀ ਬਹੁਮਤ ਮਿਲਦੀ ਹੈ, ਨਾ ਕਿ ਅਦਰ ਵੇ ਰਾਊਂਡ। ਮੈਂ ਇੱਕ ਚੀਜ਼ ਹੋਰ ਸਮਝਣਾ ਚਾਹੁੰਦਾ, ਹੋ ਸਕਦਾ ਸ਼ਾਇਦ ਇਹ ਤੁਹਾਨੂੰ ਸਵਾਲ ਮੇਰਾ ਪਸੰਦ ਨਾ ਆਵੇ।
ਜਿਹੜਾ ਪੰਜਾਬ ਦਾ ਗਵਰਨਰ ਹੁੰਦਾ ਹੈ, ਉਹ ਜ਼ਰੂਰੀ ਹੈ ਕਿ ਨਾਲ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹੋਵੇ, ਕਿਉਂਕਿ ਜਦੋਂ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਦੇ ਤੌਰ ਤੇ ਉਹ ਡਿਸੀਜਨ ਲੈਂਦੇ ਆ, ਉਦੋਂ ਜਦੋਂ ਪੀਯੂ ਦਾ ਜ਼ਿਕਰ ਹੁੰਦਾ ਜਿੱਥੇ ਤੁਸੀਂ ਪੜ੍ਹਾਉਂਦੇ ਹੋ, ਉਦੋਂ ਹਰਿਆਣੇ ਦੀ ਐਂਟਰੀ ਲਈ ਉਹ ਜ਼ੋਰ ਲਾਉਂਦੇ ਪਏ ਆ। ਮੁੱਖ ਮੰਤਰੀ ਸਾਹਿਬ ਦਾ ਇਹ ਦਾਵਾ ਉਹ ਇਸ ਕਰਕੇ ਆ, ਜਾਂ ਉਹਨਾਂ ਦੀ ਜਿਹੜੀ ਪਾਰਟੀ ਲਾਈਨ ਹੈ, ਜਿਹੜਾ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ, ਉਸ ਕਰਕੇ ਉਹਨਾਂ ਨੂੰ ਪੀਯੂ ਦੇ ਹੱਕ ਵਿੱਚ ਤੇ ਹਰਿਆਣੇ ਦੇ ਹੱਕ ਵਿੱਚ ਭੁਗਤਣਾ ਪੈ ਰਿਹਾ। ਦੇਖੋ ਆਪਣੇ ਕਿਪ ਸਿੰਘ ਜੀ, ਤੁਸੀਂ ਬਹੁਤ ਅਹਿਮ ਸਵਾਲ ਰੇਜ਼ ਕੀਤਾ ਹੈ। ਇਹ ਦੋ ਗੱਲਾਂ ਹੈ ਕਿ ਇੱਕ ਤੇ ਚੰਡੀਗੜ੍ਹ ਨੂੰ ਡਿਊਟੀ ਹੈ, ਚੰਡੀਗੜ੍ਹ ਇੱਕ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਹੈ। ਇਹ ਜਿਹੜੀਆਂ ਧਾਰਨਾਵਾਂ ਨੇ, ਇਹ ਜਿਹੜੀਆਂ ਧਾਰਾਂ ਦੇ ਤਹਿਤ ਇਹ ਜਿਹੜੀਆਂ ਰੀਆਰਗਨਾਈਜੇਸ਼ਨ ਦੇ ਬਾਅਦ ਇਹ ਹਾਲਾਤ ਬਣੇ ਨੇ, ਉਹ ਪੰਜਾਬ ਦੇ ਤੇ ਹਰਿਆਣੇ ਦੇ ਪੋਲਿਟਿਕਸ ਨੂੰ ਹੋਰ ਵੀ ਕੰਪਲੈਕਸ ਬਣਾ ਦਿੰਦੇ ਨੇ। ਉਹਦੇ ਉੱਤੇ ਜਿਹੜੇ ਸਾਡੇ ਪੋਲੀਟੀਕਲ ਦਾਅਪੇਚ ਨੇ ਉਹ ਹੋਰ ਜ਼ਿਆਦਾ ਕੰਪਲੈਕਸ ਹੋ ਜਾਂਦੇ ਨੇ। ਇਹਦੇ ਉੱਤੇ ਅਕਸਰ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਦਾ ਜਿਹੜਾ ਕਲੇਮ ਹੈ ਚੰਡੀਗੜ੍ਹ ਉੱਤੇ, ਕਿਸੇ ਵੀ ਐਸਾ ਸਟੈਪ ਨਾ ਲਿਆ ਜਾਵੇ ਕਿ ਉਹ ਜਿਹੜਾ ਕਲੇਮ ਹੈ ਉਹ ਘਟ ਜਾਵੇ। ਮੈਂ ਸਵਾਲ ਥੋੜਾ ਸਿੱਧਾ ਕਰ ਦਿੰਦਾ। ਇਹ ਲੋਕਾਂ ਵਿੱਚ ਜਿਹੜੀ ਚਰਚਾ, ਮੈਂ ਉਸ ਸਵਾਲ ਨੂੰ ਲੈ ਕੇ ਆ ਰਿਹਾ। ਇਹ ਮੇਰਾ ਸਵਾਲ ਨਹੀਂ, ਨਾ ਮੈਨੂੰ ਇਸ ਬਾਰੇ ਪਤਾ, ਮੈਂ ਤਾਂ ਹੀ ਤੁਹਾਡੇ ਤੋਂ ਸਮਝ ਰਿਹਾ। ਜਿਹੜਾ ਚੰਡੀਗੜ੍ਹ ਦੇ ਉੱਤੇ ਕਲੇਮ ਹੈ, ਜਿਹੜਾ ਉਹ ਪੱਕਾ ਰੱਖਣ ਦੇ ਲਈ ਜਿਹੜਾ ਪੰਜਾਬ ਦਾ ਗਵਰਨਰ ਲੱਗੂਗਾ, ਉਹ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹੋਣਾ ਜ਼ਰੂਰੀ ਹੈ। ਇਹ ਮੇਰਾ ਇਹ ਸਵਾਲ ਹੈ। ਦੇਖੋ ਇਹ ਕੰਪਲੈਕਸ ਹੈ, ਕਿਉਂਕਿ ਚੰਡੀਗੜ੍ਹ ਜਦੋਂ ਹੈਗਾ ਉਹ ਇੱਕ ਡਿਊਟੀ ਵੀ ਹੈਗੀ ਆ। ਉਹਦਾ ਗਵਰਨਰ, ਉਹਦਾ ਜਿਹੜਾ ਐਡਮਿਨਿਸਟ੍ਰੇਟਰ ਹੈਗਾ ਉਸ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਦਾ, ਉਹ ਤਾਂ ਹੋਏਗਾ। ਤੁਸੀਂ ਕਿਵੇਂ ਕਰੋਗੇ? ਜਾਂ ਤਾਂ ਤੁਸੀਂ ਕੋਈ, ਜਿੱਦਾਂ ਹੁਣ ਕੋਈ ਲੈਫਟੀਨੈਂਟ ਗਵਰਨਰ ਹੈ, ਤੁਸੀਂ ਉਹਨੂੰ ਅਲੱਗ ਬਣਾਇਆ ਹੋਇਆ, ਉਹ ਤਾਂ ਇੱਦਾਂ ਹੋ ਨਹੀਂ ਸਕਦਾ। ਤੁਸੀਂ ਉੱਥੇ ਐਡਮਿਨਿਸਟ੍ਰੇਟਰ ਨਾਲ ਐਡਵਾਈਜ਼ਰ ਲਗਾ ਦਿੰਦੇ ਹੋ, ਉਹ ਵੀ ਸੀਨੀਅਰ ਆਈਸ ਅਫਸਰ ਹੁੰਦਾ ਹੈਗਾ। ਤੁਸੀਂ ਡਿਊਟੀ ਦਾ, ਕਿਉਂਕਿ ਇੰਨੇ ਡਿਊਟੀ ਦੇ ਅਫਸਰਸ ਨੇ ਸਾਡੇ ਕੋਲ। ਹੋਰ ਤਾਂ ਹੋਰ ਬੜੀ ਇੰਟਰਸਟਿੰਗ ਚੀਜ਼ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਬਹੁਤ ਸਾਰੇ ਐਫੀਲੀਏਟਡ ਕਾਲਜਸ ਨੇ, ਲੇਕਿਨ ਜਿਹੜੇ ਚੰਡੀਗੜ੍ਹ ਦੇ ਕਾਲਜਸ ਨੇ ਉਹ ਸਾਡੇ ਪੰਜਾਬ ਯੂਨੀਵਰਸਿਟੀ ਨਾਲ ਐਫੀਲੀਏਟ ਤਾਂ ਹੈ, ਲੇਕਿਨ ਉਹ ਡਾਇਰੈਕਟਲੀ ਉਹਨਾਂ ਦੇ ਰਿਕਰੂਟਮੈਂਟ ਸੈਂਟਰ ਤੋਂ ਹੁੰਦੀ ਆ, UPSC ਰਾਹੀਂ। ਉਹਨਾਂ ਦਾ ਉਹਦੇ ਤੇ 7ਵਾਂ ਪੇ ਸਕੇਲ ਲਾਗੂ ਪਹਿਲਾਂ ਹੋ ਗਿਆ। ਉਹਨਾਂ ਨੂੰ ਸਭ ਕੁਝ ਜਿੱਦਾਂ ਡਿਊਟੀ ਵੱਲੋਂ ਹੋਣਾ ਹੈਗਾ। ਪੰਜਾਬ ਦੇ ਜਦੋਂ ਤੁਸੀਂ ਮੰਗਦੇ ਹੋ, ਉਹ ਕਹਿੰਦੇ ਜੇ ਇਹ ਤਾਂ ਡਿਊਟੀ ਦੇ ਅਲੱਗ ਕਾਲਜਸ ਨੇ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਜਟਲ ਹੋਈਆਂ ਇਹ ਇਸ ਕਰਕੇ ਆ ਕਿਉਂਕਿ ਇੱਕ ਤੇ ਦੋ ਸੂਬਿਆਂ ਦੀ ਰਾਜਧਾਨੀ, ਦੂਜਾ ਡਿਊਟੀ ਦਾ ਸਿਸਟਮ। ਤੁਹਾਡਾ ਪੈਸਾ ਥਰੂ ਡਿਊਟੀ ਆਉਣਾ ਚਾਹੀਦਾ ਜਾਂ ਡਾਇਰੈਕਟ ਆਉਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਕੰਪਲੈਕਸ ਹੈ। ਦੈਟ ਮੇਡ ਸਮਟਾਈਮਸ ਆਲਸੋ ਰਿਲੇਸ਼ਨਸ਼ਿਪ ਬਿਟਵੀਨ ਪੰਜਾਬ ਗਵਰਨਮੈਂਟ ਐਂਡ ਦਾ ਗਵਰਨਰ, ਜੋ ਡਿਊਟੀ ਦਾ ਕੰਟੈਕਸਟ ਆਉਂਦਾ ਵਾ, ਹੋਰ ਕੰਪਲੈਕਸ। ਇਹ ਪੰਜਾਬ ਲਈ ਚੰਗਾ ਵੀ ਯੂਟੀ ਦਾ ਐਡਮਿਨਿਸਟ੍ਰੇਟਰ ਹੋਵੇ ਨਾਲ ਗਵਰਨਰ, ਇਹ ਪੰਜਾਬ ਲਈ ਚੰਗਾ? ਦੇਖੋ ਇਸ ਕਰਕੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਪੰਜਾਬ ਦਾ ਚਾਂਸਲਰ ਹੈਗਾ ਉਹ ਮੁੱਖ ਮੰਤਰੀ ਬਣੇ, ਗਵਰਨਰ ਨਾ ਬਣੇ। ਉਹਦੇ 'ਚ ਇਸ਼ੂ ਆਇਆ ਸੀ। ਉਹਨਾਂ ਨੇ ਇਹ ਕਿਹਾ ਨਾ, ਜਿਹੜੇ ਹੈਗੇ ਆ ਯੂਨੀਵਰਸਿਟੀਜ਼ ਅਮੈਂਡਮੈਂਟ ਲਾਅ ਹੈਗਾ, ਚਾਂਸਲਰ ਲਾਅ ਜਿਹਨੂੰ ਬਣਦੇ ਪੰਜਾਬ ਐਜੂਕੇਸ਼ਨ ਦੇ ਉੱਤੇ, ਉਹਨਾਂ ਨੇ ਇਹੋ ਕਿਹਾ ਨਾ ਕਿ ਵਰਦਨ ਨਹੀਂ ਚਾਹੀਦੇ, ਉਹ ਅਨਸੈਸਰੀ ਸਾਡੇ 'ਚ ਇੰਟਰਫੇਅਰ ਹੁੰਦੀ ਹੈਗੀ। ਇਸ਼ੂ ਹੈਗੇ ਨੇ ਉਹ ਜਿਹੜਾ ਨੂੰ ਤੁਸੀਂ ਕਹਿੰਦੇ ਕਿ ਇਗੋ ਇਸ਼ੂ ਹੈਗੇ ਆ, ਉਹਦੇ ਨਾਲ ਕੋਈ ਟੈਕਨੀਕਲਿਟੀ ਵੀ ਹੈਗੀ ਉਹਦੇ ਨਾਲ। ਚਲੋ ਮੈਂ ਸਧਾਰਨ ਸਵਾਲ ਤੇ ਆ ਰਿਹਾ। ਹੁਣ ਆਪਾਂ ਅਖੀਰਲੇ ਪੜਾਅ ਵੱਲ ਵੱਧਦੇ ਪਏ ਹਾਂ। ਇਹ ਚਿੱਠੀ ਨੂੰ ਸਿਰਫ ਇੱਕ ਅਸੀਂ ਅਲਟੀਮੇਟਮ ਮੰਨੀਏ, ਜਾਂ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਨੂੰ ਉਸ ਮੁਹਾਨੇ ਤੇ ਲਿਜਾਣ ਦੀ ਕੋਸ਼ਿਸ਼ ਹੈ ਜਿੱਥੇ ਪੰਜਾਬ ਆਰਟੀਕਲ 356 ਦੇ ਵਿਚਾਲੇ ਆਪਦੇ ਆਪ ਨੂੰ ਪ੍ਰਤਾੜਿਤ ਮਹਿਸੂਸ ਕਰਦਾ ਰਿਹਾ? ਦੇਖੋ ਇਹਦੇ ਨਾਲ ਤੁਸੀਂ ਇਹਨੂੰ ਇੱਕ ਹੋਰ ਐਂਗਲ ਤੋਂ ਦੇਖੋ। ਜਿਹੜਾ ਇਸ ਤਰ੍ਹਾਂ ਦਾ ਆਰਟੀਕਲ ਹੈ, ਭਗਵੰਤ ਮਾਨ ਆਪਣਾ ਹੋਰ ਪੱਖ ਰੱਖ ਰਹੇ ਆ। ਕੀ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਭਗਵੰਤ ਮਾਨ ਦੀ ਜਿਹੜੀ ਭੂਮਿਕਾ ਹੋਰ ਵੀ ਇੰਪੋਰਟੈਂਟ ਬਣ ਰਹੀ ਆ? ਹੋਰ ਮਤਲਬ ਜਵਾਬ ਦੱਸ ਰਹੇ ਨੇ ਇੱਕ ਬੜੇ ਉਹ ਸਮਕਸ਼, ਜਿਹਨੂੰ ਕਹਿ ਸਕਦੇ ਆਪਾਂ ਕਿ ਕਾਮਯਾਬ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਉਹ ਕਹਿ ਰਹੇ ਕਿ ਮੇਰੇ ਲੋਕ, ਉਹਨਾਂ ਦੀ ਆ ਸਿਸਟਮ ਆ, ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ, ਅਸੀਂ ਗਵਰਨਰ ਸਾਹਿਬ ਦੀ ਇੱਜ਼ਤ ਵੀ ਕਰਦੇ ਹਾਂ, ਸਾਨੂੰ ਟਾਈਮ ਚਾਹੀਦਾ ਹੈਗਾ, ਤੁਸੀਂ ਕਿਉਂ? ਇਹਦੇ ਨਾਲ ਜਿਹੜਾ ਹਿੰਦੀ 'ਚ ਵਰਡ ਹੈਗਾ ਇੱਕ, ਕੀ ਕਹਿੰਦੇ ਉਹਨੂੰ, ਸਮਸ਼ਕ ਕਹਿੰਦੇ ਹੈਗੇ ਆ, ਬੜਾ ਅੱਛਾ ਵਰਡ ਹੈ। ਹਾਂ ਨਹੀਂ ਹਾਂ ਸਮਸ਼ਕ, ਸક્ષਮ ਪੰਜਾਬੀਆਂ ਨੂੰ ਹਿੰਦੀ ਘੱਟ ਆਉਂਦੀ ਹੈ। ਸક્ષਮ ਨੂੰ ਕਹਿੰਦੇ ਆ ਕਿ ਤੁਸੀਂ ਬਿਲਕੁਲ ਸਮਰੱਥ ਬਣਦੇ ਆ, ਉਹ ਲੱਗ ਰਿਹਾ ਹੈਗਾ। ਨਹੀਂ, ਤੁਸੀਂ ਜਿਹੜਾ ਇਸ਼ਾਰਾ ਕਰ ਰਹੇ ਆ, ਮੈਨੂੰ ਥੋੜਾ ਜਿਹਾ ਉਹਦੇ ਵਿੱਚੋਂ ਐਂ ਲੱਗਦਾ ਪਿਆ ਕਿ ਭਗਵੰਤ ਮਾਨ ਦਾ ਤੁਸੀਂ ਕਹਿ ਰਹੇ ਹੋ ਕੱਦ ਵੱਧਦਾ ਪਿਆ, ਇਹ ਕਹਿਣਾ ਚਾਹ ਰਹੇ ਹੋ? ਨਹੀਂ, ਮੈਂ ਕਹਿ ਰਿਹਾ ਕਿ ਜਿਸ ਤਰ੍ਹਾਂ ਸਿਚੁਏਸ਼ਨ 'ਚ ਉਹ ਪ੍ਰੈਜ਼ੈਂਟ ਕਰ ਰਹੇ ਨੇ ਆਪਣੇ ਆਪ ਨੂੰ ਐਜ਼ ਏ ਮੁੱਖ ਮੰਤਰੀ ਸੂਬੇ ਦੇ, ਉਹ ਤਾਂ ਕਿਉਂਕਿ ਚੁਣੌਤੀਆਂ ਜਿੱਦਾਂ ਕਹਿੰਦੇ ਆ ਕਿ ਬਾਜ ਥੱਲੇ ਹਵਾ ਆਉਂਦੀ ਹੈ ਤਾਂ ਹੋਰ ਵੀ ਉੱਚਾ ਉੱਡਦਾ ਹੈਗਾ, ਉਹ ਦੱਸ ਰਹੇ ਨੇ ਉਹ ਕਹਿੰਦੇ ਲੋਕਾਂ ਦੀ 3.5 ਕਰੋੜ 3.5 ਕਰੋੜ ਲੋਕ ਪੰਜਾਬ ਦੇ ਜਿਨ੍ਹਾਂ ਨੇ ਲੋਕਾਂ ਨੇ ਸਰਕਾਰ ਚੁਣੀ ਹੋਈ ਆ, ਤੁਸੀਂ ਉਧਰ ਇਸ ਤਰ੍ਹਾਂ ਕਰ ਸਕਦੇ ਹੋ? ਚਲੋ, ਮੈਨੂੰ ਇਉਂ ਲੱਗਦਾ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਭਗਵੰਤ ਮਾਨ
ਜਿਹੜੇ ਪੰਜਾਬੀਆਂ ਦੀ ਨੁਮਾਇੰਦਗੀ ਕਰਦੇ ਪਏ ਆ ਉਹਨਾਂ ਵਿੱਚ ਉਹ ਸਮਰੱਥ ਮੁੱਖ ਮੰਤਰੀ ਵਜੋਂ ਪੇਸ਼ ਹੋ ਰਿਹਾ। ਇਹਦਾ ਮਤਲਬ ਮੰਨ ਕੇ ਚੱਲੀ ਕਿ ਗਵਰਨਰ ਸਾਹਿਬ ਪਾਵਰ ਦਾ ਮਿਸਯੂਜ਼ ਕਰਦੇ ਪਏ ਆ। ਨਹੀਂ, ਮੈਂ ਇਹ ਸ਼ਬਦ ਨਹੀਂ ਤੁਹਾਡੇ ਲਵਾਂਗਾ। ਮੈਂ ਕਹਾਂਗਾ ਕਿ ਗਵਰਨਰ ਸਾਹਿਬ ਜਿਸ ਤਰ੍ਹਾਂ ਦੀ ਜੋ ਹਾਲਾਤਾਂ ਦੇ ਵਿੱਚ ਗਵਰਨਰ ਸਾਹਿਬ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ, ਉਹ ਇੱਕ ਚੈਲੰਜ ਹੋ ਰਿਹਾ, ਉਹ ਕਹਿ ਰਹੇ ਨੇ। ਲੇਕਿਨ ਮੁੱਖ ਮੰਤਰੀ ਸਾਹਿਬ ਵੀ ਉਸ ਚੈਲੰਜ, ਕਿਉਂਕਿ ਜਿਹੜਾ ਚੈਲੰਜ ਹੁੰਦਾ ਨਾ ਉਹ ਉਸ ਤੁਹਾਡੇ ਵਿਰੋਧੀ ਨਹੀਂ ਹੋ ਸਕਦਾ। ਚੈਲੰਜ ਇੱਕ ਚੀਜ਼ ਹੈ, ਚੈਲੰਜ ਇਜ਼ ਨੋਟ ਏ ਆਪੋਜੀਸ਼ਨ, ਚੈਲੰਜ ਇਜ਼ ਏ ਓਪਰਚੁਨਿਟੀ ਆਲਸੋ। ਉਹ ਦੱਸ ਰਹੇ ਨੇ ਇਸ ਤਰ੍ਹਾਂ ਹੋਇਆ, ਉਹਦੇ ਨਾਲ ਪੂਰਾ ਕੇਸ ਬਣਾ ਕੇ ਦੱਸ ਰਹੇ ਨੇ। ਦੇਖੋ ਤੁਸੀਂ ਜੋ ਕਹਿ ਰਹੇ ਹੋ। ਅੱਛਾ, ਉਹਦੇ ਨਾਲ ਇੱਕ ਹੋਰ ਵੀ ਹੈਗਾ ਕਿ ਜਿਹੜੀ ਐਸਆਰ ਬੁਮਾਈ ਦੀ ਵਰਸਸ ਯੂਨੀਅਨ ਆਫ ਜਿਹੜੀ ਯੂਨੀਅਨ ਆਫ ਇੰਡੀਆ ਦੀ ਜਜਮੈਂਟ ਹੈ, ਉਹ ਬੜੀ ਇੰਪੋਰਟੈਂਟ ਹੈ। ਤੁਸੀਂ ਕੋਈ ਵੀ ਗਵਰਨਰ ਸਾਹਿਬ ਬੇਸ਼ੱਕ ਉਹ ਲੈਟਰ ਲਿਖ ਦੇਵੇ ਸੈਂਟਰ ਨੂੰ, ਜਿਹੜਾ ਉਹਦੇ 'ਚ ਇੱਕ ਪ੍ਰੋਵੀਜ਼ਨ ਹੈ ਕਿ ਤੁਸੀਂ ਆਪਣੀ ਮਰਜ਼ੀ ਸਮਝਣ ਦੇ ਨਾਲ ਜੋ ਸਟੇਟਮੈਂਟ ਲਿਖਦੇ ਹੋ ਉਹਨੂੰ ਚੈਲੰਜ ਕੀਤਾ ਜਾ ਸਕਦਾ ਹੈ। ਤੁਸੀਂ ਪ੍ਰੈਜ਼ੀਡੈਂਟ ਦੀ ਪਾਵਰ ਟੂ ਸੀ ਇਨਕੁਆਇਰੀ, ਉਹਨੂੰ ਤੁਸੀਂ ਇਨਕੁਆਇਰੀ ਨਹੀਂ ਕਰ ਸਕਦੇ ਜਿਹੜੀ ਜਿਸ ਧਾਰਨਾ ਨੂੰ ਲੈ ਕੇ ਉਹਨੂੰ ਡਿਸੋਲਵ ਕੀਤਾ ਹੈ। ਲੇਕਿਨ ਇਹ ਜਜਮੈਂਟ ਕਹਿੰਦੀ ਹੈ ਬੁਮਾਈ ਐਸਆਰ ਬੁਮਾਈ ਵਰਸਸ ਯੂਨੀਅਨ ਆਫ ਇੰਡੀਆ, ਜਿਹੜੇ ਕਨਸਟੀਟਿਊਸ਼ਨ ਜੱਜ ਬੈਂਚ ਆ, ਉਹ ਕਹਿੰਦਾ ਕਿ ਅਗਰ ਇਹ ਹੋ ਜਾਂਦਾ ਹੈ ਤਾਂ ਸੁਪਰੀਮ ਕੋਰਟ ਉਹਨੂੰ ਰਿਵਿਊ ਕਰ ਸਕਦੀ ਹੈ ਕਿ ਔਨ ਬਟ ਮੈਟਰ ਤੁਸੀਂ ਕਿਹੜੀਆਂ ਮੈਟਰ ਸੀਗੀਆਂ, ਉਹਦੀ ਮਟੀਰੀਅਲ ਕੀ ਸੀਗਾ ਜਿਹਨੂੰ ਤੁਸੀਂ ਬੇਸ ਮੰਨ ਕੇ ਇਹ ਐਕਸ਼ਨ ਕੀਤਾ। ਤੁਸੀਂ ਰਾਸ਼ਟਰਪਤੀ ਦੀ ਜਿਹੜੀ ਪ੍ਰੋਰੋਗੇਟਿਵ ਹੈਗਾ ਸਟੇਟ ਨੂੰ ਭੰਗ ਕਰਨ ਦਾ, ਸਰਕਾਰ ਨੂੰ, ਉਹਨੂੰ ਨਹੀਂ ਚੈਲੰਜ ਕਰਦੇ। ਲੇਕਿਨ ਜਿਸ ਮਟੀਰੀਅਲ ਨੂੰ ਬੇਸ ਮੰਨ ਕੇ ਤੁਸੀਂ ਉਹ ਭੰਗ ਕੀਤਾ, ਉਹ ਚੈਲੰਜ ਹੋ ਸਕਦੀ ਹੈ। ਇਹਦਾ ਮਤਲਬ ਵੀ ਪ੍ਰੋਕਲੇਮੇਸ਼ਨ ਜਿਹੜੀ ਹੈਗੀ ਆ ਉਹ ਵੀ ਚੈਲੰਜ ਹੋ ਸਕਦੀ ਹੈ। ਇਸ ਕਰਕੇ ਮੁੱਖ ਮੰਤਰੀ ਪੰਜਾਬ ਮਾਨਯੋਗ ਭਗਵੰਤ ਮਾਨ ਇਹ ਲੀਗਲੀ ਵੀ ਲੈਣਗੇ। ਤੁਸੀਂ ਦੇਖਿਆ ਜਾਊਗਾ ਕਿ ਉਸ ਜਜਮੈਂਟ ਤੋਂ ਬਾਅਦ 1994 ਤੋਂ ਬਾਅਦ ਬਹੁਤ ਘੱਟ ਕੇਸ ਜਿਹੜੇ ਹੈਗੇ ਆ 356 ਨੂੰ ਇੰਪਲੀਮੈਂਟ ਕੀਤਾ ਗਿਆ ਹੈਗਾ। ਚਲੋ, ਇਹਨੂੰ ਸੀਰੀਅਸ ਲਈਏ ਚਿੱਠੀ ਨੂੰ ਕਿ ਨਹੀਂ? ਨਹੀਂ, ਉਹ ਤਾਂ ਤੁਸੀਂ ਯੂ ਆਰ ਵੈਰੀ ਇੰਟੈਲੀਜੈਂਟ। ਚਲੋ, ਬਹੁਤ ਧੰਨਵਾਦ ਸਰ। ਵੈਲਕਮ। ਗॉड ਬlesਸ ਯੂ। ਥੈਂਕ ਯੂ ਸਰ। ਇਹ ਸਨ ਡਾਕਟਰ ਰੌਣਕੀ ਰਾਮ, ਜਿਨ੍ਹਾਂ ਨੇ ਸੰਵਿਧਾਨ ਦੀਆਂ ਉਹਨਾਂ ਧਾਰਾਵਾਂ ਦਾ ਜ਼ਿਕਰ ਕੀਤਾ ਜਿਹਦੇ ਵਿੱਚ ਗਵਰਨਰ ਕੋਲੇ ਕੀ ਪਾਵਰਸ ਹੈ, ਮੁੱਖ ਮੰਤਰੀ ਕੋਲੇ ਕਿਹੜੀਆਂ ਪਾਵਰਸ ਹੈ, ਕੌਂਸਲ ਆਫ ਮਿਨਿਸਟਰ ਕਿਸ ਤਰੀਕੇ ਨਾਲ ਕੰਮ ਕਰਦਾ। ਇਹ ਸਾਰੇ ਸਵਾਲ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੀਆਂ ਸਿਆਸੀ ਬਹਿਸਾਂ ਤੁਸੀਂ ਸੁਣਦੇ ਪਏ ਹੋ, ਅਸੀਂ ਵੀ ਉਹ ਬਹਿਸਾਂ ਕਰਦੇ ਹਾਂ। ਉਹਨਾਂ ਬਹਿਸਾਂ ਵਿੱਚੋਂ ਤੁਹਾਨੂੰ ਉਹ ਚੀਜ਼ਾਂ ਸ਼ਾਇਦ ਨਹੀਂ ਮਿਲਣਗੀਆਂ ਜਿਹੜੀਆਂ ਅੱਜ ਮਿਲੀਆਂ ਹੋਣਗੀਆਂ। ਆਰਟੀਕਲ 356 ਨੂੰ ਕਿਵੇਂ ਵਰਤਣਾ ਤੇ ਕਿਵੇਂ ਨਹੀਂ ਵਰਤਣਾ ਗਾ, ਇਸ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕੀਤੀ ਹੈ। ਬਾਕੀ ਤੁਹਾਡੀ ਫੀਡਬੈਕ ਦਾ ਅਸੀਂ ਇੰਤਜ਼ਾਰ ਕਰਦੇ ਰਹਿੰਦੇ ਹਾਂ। ਬਹੁਤ ਧੰਨਵਾਦ।